ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪ ਜਾਣਦੇ ਹੋ, ਸੋਮਵਾਰ ਨੂੰ ਸਾਡਾ ਸਵਾਲ ਜਵਾਬ ਦਾ ਸੈਸ਼ਨ ਹੁੰਦਾ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਉੱਤਰ ਸਿੱਖ ਮਿਸ਼ਨ ਕਾਲਜ ਦੇ ਪੈਨਲ ਮੈਂਬਰਸ ਆਪ ਜੀ ਨਾਲ ਸਾਂਝਾ ਕਰਦੇ ਹਨ। ਸੈਸ਼ਨ ਦੀ ਸੇਵਾ ਵੀ ਰਾਜਾ ਸਿੰਘ ਜੀ ਕਰ ਰਹੇ ਹਨ। ਬੇਨਤੀ ਕਰਦਾ ਹਾਂ ਵੀਰ ਜੀ ਨੂੰ ਕਿ ਅੱਜ ਦਾ ਸੈਸ਼ਨ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਤੋ ਸਾਧ ਸੰਗਤ ਜੀ, ਆਪ ਜੋ ਭੇਜੇ ਵੱਖ-ਵੱਖ ਵਿਸ਼ਿਆਂ ਦੇ ਜੋ ਸਵਾਲ ਨੇ, ਉਹਨਾਂ ਦੇ ਉੱਤਰ ਲੈ ਕੇ ਪੈਨਲ ਆਪ ਦੀ ਸੇਵਾ 'ਚ ਹਾਜ਼ਰ ਹੈ। ਤੇ ਆਓ ਆਪਾਂ ਸਭ ਤੋਂ ਪਹਿਲਾਂ ਜਿਹੜਾ ਸਵਾਲ ਹੈ ਉਹ ਗੁਰਬਾਣੀ ਦੀ ਤੁਕ ਹੈ, ਰੰਨਾਂ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ। ਤੋ ਇਹਦੇ ਸੰਖੇਪ ਭਾਵ ਕੀ ਹੈ ਦੱਸਣਗੇ ਉਸਤਾਦ ਜਗੀਰ ਸਿੰਘ ਜੀ। ਸ਼ਬਦ ਦੀ ਤੁਕ ਰੰਨਾਂ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਨਾ 1243। ਹਾਂਜੀ ਉਸਤਾਦ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਰੰਗ ਕੀ ਵਾਰ ਦੀ 14ਵੀਂ ਪੌੜੀ ਦਾ ਦੂਜਾ ਸ਼ਲੋਕ ਹੈ, ਜੋ ਕਿ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਸ਼ਲੋਕ ਵਿੱਚ ਗੁਰੂ ਸਾਹਿਬ ਜੀ ਨੇ ਮਨਮੁਖਾਂ ਦੀ ਹਾਲਤ ਦਰਸਾਈ ਹੈ, ਚਾਹੇ ਉਹ ਮਨੁੱਖ ਹੋਵੇ ਚਾਹੇ ਉਹ ਇਸਤਰੀ ਹੋਵੇ। ਸ਼ਲੋਕ ਇਸ ਤਰ੍ਹਾਂ ਹੈ, ਰੰਨਾਂ ਹੋਈਆਂ ਬੋਧੀਆਂ ਪੁਰਖ ਹੋਏ ਸਯਾਦ। ਰੰਨਾਂ ਦਾ ਮਤਲਬ ਹੈ ਇਸਤਰੀਆਂ, ਬੋਧੀਆਂ ਦਾ ਮਤਲਬ ਹੈ ਸਲਾਹਕਾਰ, ਸਯਾਦ ਦਾ ਮਤਲਬ ਹੈ ਜ਼ਾਲਮ ਸ਼ਿਕਾਰੀ। ਰੱਬ ਤੋਂ ਵਿਛੜ ਕੇ ਮਨਮੁਖ ਬੰਦੇ ਜ਼ਾਲਮ ਹੋ ਰਹੇ ਹਨ ਅਤੇ ਇਸਤਰੀਆਂ ਇਸ ਜ਼ੁਲਮ ਲਈ ਉਹਨਾਂ ਦੀਆਂ ਸਲਾਹਕਾਰ ਬਣ ਰਹੀਆਂ ਹਨ, ਭਾਵ ਉਹਨਾਂ ਦਾ ਸਾਥ ਦੇ ਰਹੀਆਂ ਹਨ। ਅਗਲੀ ਹੈ ਤੁਕ, ਸੀਲ ਸੰਜਮ ਸੁਚ ਭੰਨੀ ਖਾਣਾ ਖਾਜ ਆਹਾਰ। ਸੀਲ ਮੈਨੇ ਮਿੱਠਾ ਸੁਭਾਅ, ਸੰਜਮ ਮੈਨੇ ਜੁਗਤ ਵਿੱਚ ਰਹਿਣਾ, ਦਿਲ ਦੀ ਸਫਾਈ। ਇਹ ਸਭ ਗੱਲਾਂ ਦੂਰ ਹੋ ਗਈਆਂ ਹਨ ਅਤੇ ਵੱਡੀ ਆਦਤ ਹਰਾਮ ਮਾਲ ਇਹਨਾਂ ਲੋਕਾਂ ਦਾ ਮਨ ਭਾਉਂਦਾ ਖਾਣਾ ਹੋ ਗਿਆ ਹੈ। ਸ਼ਰਮ ਗਿਆ ਘਰ ਆਪਣੇ, ਪੱਤ ਉੱਠ ਚੱਲੀ ਨਾਲ। ਸ਼ਰਮ ਮੈਨੇ ਹਿਆ, ਘਰ ਆਪਣੇ ਮੈਨੇ ਕਿਤੇ, ਆਪਣੇ ਘਰ ਵਿੱਚ, ਪੱਤ ਮੈਨੇ ਅਣਖ। ਸ਼ਰਮ ਹਿਆ ਇਹਨਾਂ ਮਨਮੁਖ ਬੰਦਿਆਂ ਦੀ ਕਿਤੇ ਦੂਰ ਦਰੇਡੇ ਹੋ ਗਈ। ਅਣਖ ਵੀ ਹਿਆ ਦੇ ਨਾਲ ਹੀ ਚਲੀ ਗਈ, ਭਾਵ ਇਹ ਬੰਦੇ ਪੱਤਹੀਣ ਅਤੇ ਅਣਖਹੀਣ ਹੋ ਗਏ। ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ। ਸੱਚਾ ਮੈਨੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਹੇ ਨਾਨਕ, ਜੇ ਸੀਲ ਸੰਜਮ ਸੁਚ ਆਦਿਕ ਗੁਣ ਲੱਭਣੇ ਹਨ ਤਾਂ ਇਹਨਾਂ ਦਾ ਸੋਮਾ ਸਿਰਫ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਹੈ। ਇਹਨਾਂ ਗੁਣਾਂ ਲਈ ਕੋਈ ਹੋਰ ਥਾਂ ਨਾ ਲੱਭੋ, ਭਾਵ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਥਾਂ ਇਹ ਗੁਣ ਨਹੀਂ ਮਿਲ ਸਕਦੇ। ਇਸੇ ਭਾਵ ਦਾ ਇੱਕ ਸ਼ਲੋਕ ਗੁਰੂ ਰਾਮਦਾਸ ਜੀ ਨੇ ਗੌੜੀ ਕੀ ਵਾਰ ਵਿੱਚ ਉਚਾਰਨ ਕੀਤਾ ਹੈ। ਜੋਰਾਂ ਕਾ ਆਖਿਆ ਪੁਰਖ ਕਮਾਵਦੇ, ਸੇ ਅਪਵਿੱਤ ਅਮੇਘ ਖਲਾ। ਕਾਮ ਵਿਆਪੈ ਕੁਸ਼ੁੱਧ ਨਰ, ਸੇ ਜੋਰਾਂ ਪੁਸ ਚੱਲਾ। ਜੋ ਮਨਮੁਖ ਇਸਤਰੀਆਂ ਦੇ ਕਹੇ ਵਿੱਚ ਚੱਲਦੇ ਹਨ, ਭਾਵ ਆਪਣਾ ਵਜ਼ੀਰ ਜਾਣ ਕੇ ਸਲਾਹ ਨਹੀਂ ਲੈਂਦੇ, ਉਹ ਆਮ ਤੌਰ ਤੇ ਮਲੀਨ ਮੱਤ, ਬੁੱਧਹੀਣ ਅਤੇ ਮੂਰਖ ਹੁੰਦੇ ਹਨ, ਕਿਉਂਕਿ ਜੋ ਵਿਸੇ ਦੇ ਮਾਰੇ ਹੋਏ ਗੰਦੇ ਆਚਰਣ ਵਾਲੇ ਹੁੰਦੇ ਹਨ, ਉਹੀ ਇਸਤਰੀਆਂ ਦੇ ਕਹੇ ਵਿੱਚ ਤੁਰਦੇ ਹਨ। ਸੋ ਇਸ ਪੰਕਤੀ ਦੇ ਵਿੱਚ ਰੰਨਾਂ ਹੋਈਆਂ ਬੋਧੀਆਂ, ਬੋਧੀਆਂ ਦੇ ਕਈਆਂ ਨੇ ਅਰਥ ਬੁੱਧ ਧਰਮ ਵਾਲੇ ਵੀ ਲਿਖਿਆ ਹੈ। ਉਹ ਇੱਥੇ ਨਹੀਂ ਢੁਕਦਾ, ਕਿਉਂਕਿ ਇੱਥੇ ਸਾਰੀ ਗੱਲ ਮਨਮੁਖਾਂ ਦੀ ਹੋ ਰਹੀ ਹੈ। ਮਨਮੁਖ ਇਸਤਰੀਆਂ ਵੀ ਹੋ ਸਕਦੀਆਂ ਹਨ, ਇਸਤਰੀ ਵੀ ਪੁਰਸ਼ ਵੀ ਹੋ ਸਕਦੇ ਹਨ। ਜਗਮਾ ਉੱਤਮ ਕਾਢੀਐ ਬਿਰਲੇ ਕੇਈ ਕੇ ਜੀ। ਇਸ ਲਈ ਇੱਥੇ ਰੰਨਾਂ ਹੋਈਆਂ ਬੋਧੀਆਂ ਦਾ ਮਤਲਬ ਇਹੀ ਬਣਿਆ ਵੀ ਰੱਬ ਤੋਂ ਵਿਛੜ ਕੇ ਮਨਮੁਖ ਬੰਦੇ ਜ਼ਾਲਮ ਹੋ ਰਹੇ ਹਨ, ਭਾਵ ਵਿਸ਼ੇ ਵਿਕਾਰਾਂ ਵਿੱਚ ਫਸ ਰਹੇ ਹਨ ਤੇ ਇਸਤਰੀਆਂ ਵੀ ਉਹਨਾਂ ਦਾ ਸਾਥ ਦੇ ਰਹੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਤਾਂ ਜਗੀਰ ਸਿੰਘ ਜੀ ਨੇ ਇਸ ਸ਼ਬਦ ਦਾ ਸਾਨੂੰ ਭਾਵ ਦੱਸਿਆ। ਸ਼ਬਦ ਜਿਹੜਾ ਆਮ ਭਾਸ਼ਾ ਨਾਲ ਥੋੜਾ ਜਿਹਾ ਔਖਾ ਲੱਗਦਾ ਸੀ। ਤੋ ਸੰਗਤ ਜੀ,
ਗੁਰੂ ਗ੍ਰੰਥ ਸਾਹਿਬ ਵਿੱਚ ਜੋ ਵੀ ਬਾਣੀਕਾਰ ਨੇ ਉਹਨਾਂ ਨੇ ਵੱਖ-ਵੱਖ ਖੇਤਰਾਂ ਦੀਆਂ ਬੋਲੀਆਂ, ਉਪ ਬੋਲੀਆਂ, ਉਹਦੇ ਰਾਹੀਂ ਸਮੇਂ-ਸਮੇਂ ਦਾ ਇਤਿਹਾਸ, ਰਾਜਨੀਤਿਕ ਤੇ ਸਮਾਜਿਕ ਦਿਸ਼ਾਵਾਂ ਜਿਹੜੀਆਂ ਦੱਸੀਆਂ। ਤੋ ਮੈਂ ਇੱਕ ਬੇਨਤੀ ਕਰਦੇ ਹਾਂ, ਜਿਹੜਾ ਦੂਸਰਾ ਸ਼ਬਦ ਵਿੱਚ ਗੁਰੂ ਰਾਮਦਾਸ ਜੀ ਦਾ ਵੀਰ ਜੀ ਨੇ ਕਿਹਾ, ਜੋਰਾਂ ਦਾ ਆਖਿਆ ਪੁਰਖ ਕਮਾਉਂਦੇ, ਉਹਦਾ ਸੰਖੇਪ ਭਾਵ ਆਪਾਂ ਲੈ ਲਈਏ ਤੇ ਇਹ ਹੈ ਕਿ ਹਰੇਕ ਮਨੁੱਖ ਜ਼ਿੰਦਗੀ ਵਿੱਚ ਆਪਣੇ ਕਾਇਦੇ ਕਾਨੂੰਨ ਦੇ ਵਿੱਚ ਰਵੇ, ਜਿਹਨੂੰ ਆਪਾਂ ਕਹਿੰਦੇ ਡਿਸਪਲਿਨ। ਹਰੇਕ ਆਪਣੀ ਡਿਊਟੀ ਕਰੇ। ਮਾਤਾ ਪਿਤਾ ਦੀ ਆਪਣੀ ਡਿਊਟੀ ਹੈ, ਬੱਚਿਆਂ ਦੀ ਆਪਣੀ ਡਿਊਟੀ ਹੈ, ਪਤੀ ਤੇ ਪਤਨੀ ਦੀਆਂ ਵੀ ਕੁਝ ਡਿਊਟੀਆਂ ਨੇ। ਉਹਨਾਂ ਜ਼ਿੰਮੇਵਾਰੀਆਂ ਨੂੰ ਦਿਆਨਤਦਾਰੀ ਨਾਲ ਨਿਭਾਇਆ ਜਾਏ, ਨਾ ਕਿ ਕਿਸੇ ਹੋਰ ਮਾੜੀ ਵਾਸ਼ਨਾ ਦੇ ਅਧੀਨ ਕੋਈ ਐਸੇ ਕੰਮ ਕੀਤੇ ਜਾਣ। ਤੇ ਖਿਮਾ ਕਰਨਾ ਮੈਂ ਬੇਨਤੀ ਕਰਦੇ ਹਾਂ, ਕਿਉਂਕਿ ਕਈ ਵਾਰੀ ਇਹ ਐਸੇ ਸ਼ਬਦ ਨੇ ਜਿਹੜੇ ਜੇ ਆਪਾਂ ਉਹਨਾਂ ਨੂੰ ਜਿਸ ਵੇਲੇ ਖੋਲ ਕੇ ਸੁਣਾਉਂਦੇ ਹਾਂ ਤਾਂ ਥੋੜਾ ਜਿਹਾ ਸੰਗਤ ਦੇ ਵਿੱਚ ਸਾਨੂੰ ਉਹਦਾ ਸ਼ਬਦ ਭਾਵ ਦੱਸਣ ਲਈ ਥੋੜਾ ਜਿਹਾ ਸਾਨੂੰ ਉਹਦੇ 'ਚ ਰੱਖਣਾ ਪੈਂਦਾ। ਤਾਂ ਮੈਂ ਫਿਰ ਬੇਨਤੀ ਕਰਦੇ ਹਾਂ ਕਿ ਉਹਦੇ 'ਚ ਸਿਰਫ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਨੇ ਇਹੀ ਬਖਸ਼ਿਸ਼ ਕੀਤੀ ਹੈ ਕਿ ਸਾਨੂੰ ਐਡਵਾਈਜ਼ ਕੀਤਾ, ਉਪਦੇਸ਼ ਕੀਤਾ ਕਿ ਹਰੇਕ ਮਨੁੱਖ ਆਪਣੇ ਡਿਸਪਲਿਨ 'ਚ ਰਵੇ, ਕਿਸੇ ਵਾਸ਼ਨਾ ਅਧੀਨ ਇਨਡਿਸਪਲਿਨ ਕੰਮ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਸਤਿਗੁਰੂ ਸਿੰਘ ਜੀ ਨੇ ਸਾਨੂੰ ਇਸ ਸ਼ਬਦ ਦੀ ਵਿਆਖਿਆ ਕੀਤੀ ਹੈ। ਬਹੁਤ ਬਹੁਤ ਧੰਨਵਾਦ ਵੀਰ ਜੀ। ਤੋ ਆਪਾਂ ਆਓ ਸੰਗਤ ਜੀ, ਅਗਲਾ ਜਿਹੜਾ ਸਵਾਲ ਹੈ ਉਹ ਗੁਰਬਾਣੀ ਵਿੱਚ ਸ਼ਬਦ ਨਵ-ਨਿਧ ਜਾਂ ਨਵ-ਨਿਧ ਕਰਕੇ ਬੜੀ ਵਾਰੀ ਆਇਆ। ਤੋ ਇਹਦੇ ਅਰਥ ਕੀ ਨੇ? ਸਾਨੂੰ ਸਵਾਲ ਕਰਤਾ ਨੇ ਇਹੀ ਪੁੱਛਿਆ ਕਿ ਨਵ-ਨਿਧ ਦਾ ਭਾਵ ਕੀ ਹੈ। ਮੈਂ ਬੇਨਤੀ ਕਰ ਰਿਹਾ ਸਤਿਜਿੰਦਰ ਸਿੰਘ ਜੀ ਨੂੰ ਕਿ ਉਹ ਕਿਰਪਾ ਕਰਕੇ ਸਾਨੂੰ ਨਵ-ਨਿਧ ਇਹ ਸ਼ਬਦ ਜਿਹੜਾ ਸ਼ਬਦ ਹੈ ਇਹ ਵੱਖ-ਵੱਖ ਬੋਲੀਆਂ 'ਚ ਹੀ ਵਰਤਿਆ ਜਾਂਦਾ ਹੈ, ਦੂਜੀਆਂ ਮਤਾਂ ਨੂੰ ਵਰਤਿਆ ਜਾਂਦਾ ਹੈ, ਪਰ ਸਿੱਖ ਮਤ ਵਿੱਚ ਨਵ-ਨਿਧ ਕਿਹਨੂੰ ਕਹਿੰਦੇ ਨੇ ਬਨਸਪਤ ਦੂਜੀਆਂ ਮਤਾਂ ਦੇ ਸਾਨੂੰ ਸੰਖੇਪ ਜਿਹਾ ਦੱਸਣ ਸਤਿਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਈ ਅਨਮਤ ਦੀ ਸ਼ਬਦਾਵਲੀ ਚੋਂ ਇੱਕ ਨੌ-ਨਿਧ ਸ਼ਬਦ ਵੀ ਹੈ। ਜਿਸ ਤਰ੍ਹਾਂ ਬਾਣੀਕਾਰਾਂ ਨੇ ਅਨਮਤ ਦੇ ਹੋਰ ਕਈ ਸ਼ਬਦਾਂ ਨੂੰ ਪ੍ਰਚਲਿਤ ਅਰਥਾਂ ਵਿੱਚ ਸਵੀਕਾਰ ਨਹੀਂ ਕੀਤਾ ਹੋਇਆ, ਉਸੇ ਤਰ੍ਹਾਂ ਇਸ ਸ਼ਬਦ ਦੇ ਪ੍ਰਚਲਿਤ ਭਾਵ ਅਰਥ ਨੂੰ ਵੀ ਸਵੀਕਾਰ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨੌ-ਨਿਧ ਸੰਬੰਧੀ ਚਰਚਾ ਕਰਨ ਤੋਂ ਪਹਿਲਾਂ ਪੁਰਾਣ ਸਾਹਿਤ ਵਿੱਚ ਇਸ ਬਾਰੇ ਜੋ ਧਾਰਨਾ ਹੈ ਉਸ ਦੀ ਸੰਖੇਪ ਵੀ ਚਰਚਾ ਕਰਨੀ ਮੈਂ ਜ਼ਰੂਰੀ ਸਮਝਦਾ ਹਾਂ। ਨਿਧੀ ਦਾ ਅਰਥ ਹੈ ਖਜ਼ਾਨਾ, ਸੰਪਤੀ, ਤਾਨੀਆ, ਦੌਲਤ। ਨੌ-ਨਿਧ ਦਾ ਅਰਥ ਹੈ 9 ਖਜ਼ਾਨੇ। ਪੁਰਾਣਕ ਸਾਹਿਤ ਵਿੱਚ ਵਰਣਨ ਨੌ-ਨਿਧੀਆਂ ਇਹ ਹਨ: ਪਦਮ, ਧਨੀ ਬਣਨਾ, ਪੁੰਨਦਾਨ ਨਾਲ ਜਸ ਲੈਣਾ। ਇਹ ਨਿਧੀ ਪੁੱਤਰ ਪੋਤਰਿਆਂ ਤੱਕ ਰਹਿੰਦੀ ਹੈ। ਮਹਾਪਦਮ ਬਹੁਤ ਵੱਡੇ ਸੁਦਾਗਰ ਹੋਣਾ, ਕਰੋੜਾਂ ਦਾ ਵਪਾਰ ਕਰਨਾ। ਇਸ ਬਾਰੇ ਧਾਰਨਾ ਹੈ ਕਿ ਇਹ ਨਿਧੀ 7 ਪੀੜ੍ਹੀਆਂ ਤੱਕ ਰਹਿੰਦੀ ਹੈ। ਸ਼ੰਖ, ਆਪਣੇ ਸਰੀਰ ਦੀ ਚੰਗੀ ਪਾਲਣਾ ਕਰਨੀ, ਆਪਣਾ ਸਰੀਰ ਹੀ ਸੁਖੀ ਰੱਖਣਾ ਤੇ ਦੂਜਿਆਂ ਨੂੰ ਕੁਝ ਨਾ ਦੇਣਾ। ਮੱਕਰ, ਸ਼ਸਤਰਾਂ ਦਾ ਵਪਾਰ, ਰਾਜਿਆਂ ਨਾਲ ਮੇਲ। ਇਹ ਤਮੋਗੁਣੀ ਨਿਧ ਮੰਨੀ ਹੈ। ਇੱਕੋ ਕੌਲ ਹੀ ਰਹਿੰਦੀ ਹੈ। ਅਗਲਾ ਨਿਧੀ ਹੈ ਕੱਛਪ, ਸੂਮ ਹੋਣਾ, ਕੰਜੂਸ ਹੋਣਾ, ਅਤੇ ਇਹ ਨਿਧੀ ਕੰਜੂਸ ਦੀ ਜ਼ਿੰਦਗੀ ਤੱਕ ਹੀ ਨਿਭਦੀ ਹੈ। ਅਗਲਾ ਹੈ ਮੁਕੰਦ, ਵੇਸਵਾ ਗਮਨ ਆਦਿ ਕਰਨੇ ਵਾਲੇ ਲੂਜ਼ ਕਰੈਕਟਰ ਵਾਲੇ ਬੰਦੇ। ਕੁੰਦ ਦਾ ਭਾਵ ਹੈ ਧਾਤੂਆਂ ਦਾ ਵਪਾਰ ਕਰਨਾ, ਸੰਤਾਨ ਨੇਕ ਚੰਗੀ ਹੋਣੀ, ਬਹੁਤ ਮੇਲ ਮਿਲਾਪ ਹੋਣਾ। ਅਗਲਾ ਹੈ ਨੀਲ, ਭਾਵ ਠੇਕੇਦਾਰੀ ਕਰਨੀ, ਅੰਨ ਕਪਾਹ ਆਦਿ ਸੁਦਾਗਰੀ ਕਰਨੀ, ਖੇਤੀਬਾੜੀ, ਤਲਾਬ ਖੂਹ ਲਗਾਉਣੇ ਅਤੇ ਵਰਚ ਖਰਵ, ਜਿਵੇਂ ਧਨ ਮਿਲੇ ਉਹੀ ਢੰਗ ਅਪਣਾਉਣਾ। ਗੁਰਮਤ ਨਿਰਣੈ ਭੰਡਾਰ, ਇਹ ਗਿਆਨੀ ਲਾਲ ਸਿੰਘ ਜੀ ਨੇ ਇਹ ਵਿਚਾਰ ਦਿੱਤੇ ਹਨ। ਹਿੰਦੂ ਮਤ ਦੇ ਪੁਰਾਤਨ ਗ੍ਰੰਥਾਂ ਵਿੱਚ ਇਹਨਾਂ ਨਿਧੀਆਂ ਦਾ ਸਵਾਮੀ ਕੁਬੇਰ ਦੇਵਤਿਆਂ ਦਾ ਖਜ਼ਾਨਚੀ ਮੰਨਿਆ ਗਿਆ ਹੈ। ਮਾਰਕੰਡੇ ਪੁਰਾਣ ਵਿੱਚ ਇਹਨਾਂ ਨਿਧੀਆਂ ਨੂੰ ਪਦਮਨੀ ਨਾਮ ਦੀ ਦੇਵੀ ਦੇ ਅਧੀਨ ਦੱਸਿਆ ਹੈ। ਇਹਨਾਂ ਨਿਧੀਆਂ ਜੋ ਖਾਸ ਰਤਨ ਹਨ ਦੇ ਭਿੰਨ ਗੁਣ ਵਰਣਨ ਕੀਤੇ ਹੋਏ ਹਨ। ਮਹਾਨ ਕੋਸ਼ ਅਨੁਸਾਰ ਇਹਨਾਂ ਨਿਧੀਆਂ ਨੂੰ ਹੱਠ, ਤਪ ਆਦਿ ਕਰਨ ਨਾਲ ਪ੍ਰਾਪਤ ਹੋਣ ਦਾ ਵਿਸ਼ਵਾਸ ਕੀਤਾ ਜਾਂਦਾ ਹੈ। ਅਸਲ ਵਿੱਚ 9 ਨਿਧੀਆਂ ਕਈ ਤਰ੍ਹਾਂ ਦੇ ਕੀਮਤੀ ਰਤਨ ਹੀ ਹਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੁਰਾਣ ਸਾਹਿਤ ਵਿੱਚ ਵਰਣਨ ਕਥਿਤ ਸ਼ਕਤੀਆਂ ਦੀ ਹੋਂਦ ਨੂੰ ਨਕਾਰਨ ਲਈ ਕਿਧਰੇ ਇਹਨਾਂ ਸ਼ਕਤੀਆਂ ਨੂੰ ਪ੍ਰਭੂ ਦੇ ਮੁਕਾਬਲੇ ਤੁਛ ਦਰਸਾਇਆ ਹੈ
ਕਿਧਰੇ ਇਹਨਾਂ ਨੂੰ ਅਕਾਲ ਪੁਰਖ ਦੇ ਅਧੀਨ ਦਰਸਾ ਕੇ ਪ੍ਰਭੂ ਦੇ ਹੀ ਲੜ ਲੱਗਣ ਲਈ ਪ੍ਰੇਰਿਆ ਹੈ, ਅਤੇ ਕਿਧਰੇ ਇਹਨਾਂ ਦੀ ਪ੍ਰਚਲਿਤ ਹੋਂਦ ਨੂੰ ਨਕਾਰ ਕੇ ਇਸ ਦੀ ਨਵੇਂ ਸਿਰਿਓਂ ਪਰਿਭਾਸ਼ਾ ਕਾਇਮ ਕਰ ਦਿੱਤੀ ਹੈ। ਨੌ ਨੀਤੀ ਦੇ ਸੰਬੰਧ ਵਿੱਚ ਬਾਣੀਕਾਰਾਂ ਵੱਲੋਂ ਇਹ ਢੰਗ ਅਪਣਾਇਆ ਗਿਆ ਹੈ। ਨਿਮਨ ਲਿਖ ਸ਼ਬਦਾਂ ਦੀਆਂ ਪੰਕਤੀਆਂ ਵਿੱਚ ਇਸ ਵਿਧੀ ਨੂੰ ਦੇਖਿਆ ਜਾ ਸਕਦਾ ਹੈ। ਵੀਰ ਜੀ ਸਿੰਘ ਜੀ, ਆਪਨੇ ਨੋਟ ਕੀਤਾ ਹੋਣਾ ਹੈ ਕਿ ਜੋ ਮਾਰਕੰਡੇ ਪੁਰਾਣ ਦੇ ਵਿੱਚ 9 ਨਿਧੀਆਂ ਦੀ ਵਿਚਾਰ ਹੈ, ਉਹ ਜੋ ਨਿਰਣੇ ਭੰਡਾਰ ਦੇ ਅੰਦਰ ਗੁਰਮਤਿ ਨਿਰਣੇ ਭੰਡਾਰ ਵਿੱਚ ਗਿਆਨੀ ਲਾਲ ਸਿੰਘ ਜੀ ਨੇ ਦਿੱਤਾ ਹੈ, ਉਹਦੇ ਨਾਲ ਕਾਫੀ ਡਿਫਰੈਂਟ ਹਨ। ਲੇਕਿਨ ਇਹ ਦੋਨੋਂ ਦੀ ਗੁਰਮਤਿ ਅਨੁਸਾਰ ਪ੍ਰਵਾਨਗੀ ਨਹੀਂ ਹੈ। ਜਿਵੇਂ ਮੈਂ ਹੁਣੇ ਬੇਨਤੀ ਕੀਤੀ ਹੈ ਕਿ ਗੁਰਬਾਣੀ ਦੀ ਇਹਨਾਂ ਪੰਕਤੀਆਂ ਤੋਂ ਦੇਖਦੇ ਹਾਂ ਕਿ ਗੁਰਮਤਿ ਕਿਸ 9 ਨਿਧ ਨੂੰ ਮੰਨਦੀ ਹੈ। ਮਹਾਰਾਜ ਦੇ 1240 ਅੰਕ ਦੇ ਉੱਪਰ ਸ਼ਬਦ ਹੈ, ਨਾਏ ਸੁਣਿਆ ਸਭ ਸਿੱਧ ਹੈ, ਰਿਦ ਪਛੇ ਆਵੈ, ਨਾਏ ਸੁਣੀਏ 9 ਨਿਧ ਮਿਲੈ, ਮਨ ਚਿੰਦਿਆ ਪਾਵੈ। ਅਰਥ, ਪ੍ਰਭੂ ਦੇ ਨਾਮ ਵਿੱਚ ਸੁਰਤ ਜੋੜੀ ਰੱਖੀਏ ਤਾਂ ਸਾਰੀਆਂ ਕਰਾਮਾਤੀ ਤਾਕਤਾਂ ਪਿੱਛੇ ਲੱਗੀਆਂ ਫਿਰਦੀਆਂ ਹਨ, ਸੁਤੇ ਹੀ ਭਾਵ ਪ੍ਰਾਪਤ ਹੋ ਜਾਂਦੀਆਂ ਹਨ। ਉਸ ਵਾਸਤੇ ਕੋਈ ਜ਼ਿਆਦਾ ਕਠਿਨ ਤਪੱਸਿਆ ਜਾਂ ਜਪ ਤਪ ਆਦਿ ਜਿਵੇਂ ਦੂਸਰੇ ਪੁਰਾਣਕ ਮਾਰਕੰਡੇ ਪੁਰਾਣ ਵਿੱਚ ਲਿਖਿਆ ਹੈ, ਐਸਾ ਨਹੀਂ ਕਰਨ ਦੀ ਲੋੜ ਹੁੰਦੀ। ਜਗਤ ਦੇ ਸਾਰੇ ਪਦਾਰਥ ਹਾਸਲ ਹੋ ਜਾਂਦੇ ਹਨ, ਜੋ ਕੋਈ ਮਨ ਚਿਤਵਦਾ ਹੈ ਉਹ ਮਿਲ ਜਾਂਦਾ ਹੈ ਪ੍ਰਭੂ ਦੇ ਨਾਮ ਵਿੱਚ ਸੁਰਤ ਜੋੜਿਆ। ਅਗਲੀ ਪੰਕਤੀ ਹੈ, ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ, ਨਾਮੇ ਨਵਨਿਧ ਪਾਈ, ਅੰਕ 569। ਪਰਮਾਤਮਾ ਦਾ ਨਾਮ ਉਹਨਾਂ ਨੂੰ ਪਿਆਰਾ ਲੱਗਦਾ ਹੈ। ਪ੍ਰਭੂ ਦੇ ਨਾਮ ਵਿੱਚ ਹੀ ਉਹਨਾਂ ਨੇ ਮਾਨੋ ਦੁਨੀਆ ਦੇ 9 ਖਜ਼ਾਨੇ ਲੱਭ ਲਏ ਹੁੰਦੇ ਹਨ। ਨਵਨਿਧ ਹੀ ਪ੍ਰਭੂ ਦਾ ਨਾਮ ਹੈ। ਇਹ ਸੁਖਮਣੀ ਜੋ ਆਪਣੇ ਸਾਨੂੰ ਦੱਸਦੇ ਨੇ ਕਿ ਨਵਨਿਧ ਨਾਮ ਨਿਧਾਨ ਹੈ, ਤੁਧ ਵਿੱਚ ਭਰਪੂਰ, ਪੰਨਾ 967। ਜੋ ਜਗਤ ਦੇ 9 ਹੀ ਖਜ਼ਾਨੇ ਰੂਪ ਦਾ ਪ੍ਰਭੂ ਦਾ ਨਾਮ ਖਜ਼ਾਨਾ ਹੈ। हे ਗੁਰੂ, ਉਹ ਖਜ਼ਾਨਾ ਤੇਰੇ ਹਿਰਦੇ ਵਿੱਚ ਨਕਾ ਨਕ ਭਰਿਆ ਹੋਇਆ ਹੈ। ਇਸ ਖਜ਼ਾਨੇ ਨੂੰ ਗੁਰੂ ਦੀ ਮੱਤ ਧਾਰਨ ਕਰਕੇ ਹਰੇਕ ਮਨੁੱਖ ਹੀ ਹਾਸਲ ਕਰ ਸਕਦਾ ਹੈ। नवनिध अमृत प्रभ का नाम ते ही मैं इसका विश्राम। सुखमनी साबित पंचम पातशाह ने पन्ना 293 ऊपर ये पंक्ति अर्थ करके बहुत ही क्लीयर कर देता है कि असल विच 9 खजाने गुरमत अनुसार की हैं, क्योंकि प्रभु का नाम है। उस मनुख के शरीर विच प्रभु के उस नाम का टिकाणा हो जाता है जो मानो जगत के 9 खजानिया के तुल है ते अमृत है। ये खजाना नवनिध क्योंकि मनुख के अंदर ही है, इसलिए इसनूं बाहर ढूंढने की बजाय अंदरों ही लभना है। जहां तू तुसै मेहरबान नवनिध घर में पाए, पन्ना 518। हे मेहरबान प्रभु जी, जे तू त्रुट पवे तो जीव मानो 9 खजाने हिरदे घर विच ही लभ लैंदे हन। इस नवनिध नाम नूं हासिल करन लई प्रचलित तौर तरीके हट तप आदि अपनाउण दी बिल्कुल ही लोड़ नहीं। इन्हां 9 निधियां दी प्राप्ति दे ढंग गुरु ग्रंथ साहिब विच इउं दर्शाए गए हन। नौ निधे मेरे घर में आई राम, सब किछ मैं सब किछ पाया, नाम ते आई राम, पन्ना 452। हे भाई, हुण मैं परमात्मा का नाम सिमरदा हाँ, मैनू हरेक पदार्थ मिल गया है, मैं सब कुछ लभ लिया है। सृष्टि के सारे ही 9 खजाने मेरे हृदय घर विच आ टिके हन। इस काया अंदर नाम 9 निध पाई है, गुरु के शब्द विचारा, पन्ना 574। गुरु के शब्द की राही विचार करके इस शरीर के विचों ही परमात्मा का नाम प्राप्त हो जाता है, जेड़े मानो धरती के 9 खजाने हैं। नानक 9 निध पाई है, जे चलै तिसे रजाए, पन्ना 949। हे नानक, मनुख नूं सारे ही 9 खजाने मिल जाते हैं जे मनुख इस सागर विच व्यापक प्रभु की रजा विच तुरे। नवनिध नाम निधान गुर कै शब्द लाग, पन्ना 959। हे भाई, गुरु के शब्द विच जुड़ परमात्मा का नाम रूप 9 खजाने मिल जाणगे। इस मन को कोई खोजो भाई, मन खोजत नाम 9 निध पाई, पन्ना 1128। हे भाई, अपने इस मन नूं खोजदा रहा करो। मन की दौड़ भज की पड़ताल करदियां परमात्मा का नाम मिल जाता है। इस ये नाम ही मानो धरती के सारे 9 खजाने हैं। इस नाम धन नवनिध नूं हासिल करन वालियां दे मन विच होर धन दी अथवा पुराण ਸਾਹਿਤ विच वर्णित निधियां दी लालसा नहीं रह जाती है। नवनिध नाम वसिया घट अंतर, छोड़िया माया का लाहा है, पन्ना 1057। जिस मनुख के हृदय विच परमात्मा का प्यार है, उसके हृदय विच सारे ही सुखां ते पदार्थ
ਦਾ ਖਜ਼ਾਨਾ ਹਰ ਨਾਮ ਵਸਦਾ ਹੈ। ਉਹ ਮਾਇਆ ਨੂੰ ਅਸਲ ਖੱਟੀ ਮਰਨਾ ਛੱਡ ਦਿੰਦੇ ਹਨ। ਨਾਉ ਨੇ ਤੇਰੇ ਅਖੁੱਟ ਭੰਡਾਰਾ, ਜਿਸ ਤੂੰ ਦੇ ਸੋ ਤ੍ਰਿਪਤ ਅਗਾਵੈ, ਸੋਈ ਭਗਤ ਤੁਮਾਰਾ ਜੀਓ। ਇਹ ਦਾਤਾਰ, ਤੇਰੇ ਘਰ ਵਿੱਚ ਜਗਤ ਦੇ ਸਾਰੇ 9 ਖਜ਼ਾਨੇ ਮੌਜੂਦ ਹਨ। ਤੇਰੇ ਖਜ਼ਾਨਿਆਂ ਵਿੱਚ ਕਦੇ ਤੋਟ ਨਹੀਂ ਆਉਂਦੀ, ਪਰ ਜਿਸ ਨੂੰ ਤੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ, ਉਹ ਦੁਨੀਆ ਦੇ ਪਦਾਰਥਾਂ ਵੱਲੋਂ ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ। ਤੇ ਪ੍ਰਭੂ, ਉਹ ਤੇਰਾ ਭਗਤ ਅਖਵਾਉਂਦਾ ਹੈ। ਪਰਮਾਤਮਾ ਦਾ ਨਾਮ, ਨੌਨਿਧ ਨਾਮ ਨਿਧਾਨ, ਹਰ ਮੈਂ ਪੱਲੇ ਬੱਧਾ ਛਿਕ ਜੀਓ। ਅਰਥਾਤ ਪਰਮਾਤਮਾ ਦਾ ਨਾਮ ਖਜ਼ਾਨਾ ਹੀ ਮੇਰੇ ਵਾਸਤੇ ਜਗਤ ਦੇ 9 ਖਜ਼ਾਨੇ ਹਨ। ਮੈਂ ਉਸ ਨਾਮ ਧਨ ਨੂੰ ਆਪਣੇ ਹਿਰਦੇ ਦੇ ਪੱਲੇ ਵਿੱਚ ਘੁੱਟ ਕੇ ਬੰਨ ਲਿਆ ਹੈ। ਸੋ ਗੁਰਮਤ ਅਨੁਸਾਰ ਪ੍ਰਭੂ ਦਾ ਨਾਮ ਹੀ 9 ਨਿਧੀਆਂ 18 ਸਿੱਧੀਆਂ ਹਨ, ਔਰ ਸਾਰੇ ਹੀ ਜੋ ਨਿਯਮਤਾਂ ਹਨ ਉਹ ਪ੍ਰਭੂ ਦੇ ਨਾਮ ਦੇ ਵਿੱਚ ਹਨ। ਇਸ ਵਾਸਤੇ ਗੁਰਮਤ ਵਿੱਚ ਗੁਰਸਿੱਖ ਨੂੰ ਕੋਈ ਹੋਰ ਤਰੀਕੇ ਦੇ ਨਾਲ ਹਠ ਯੋਗ ਕਰਕੇ ਇਹਨਾਂ ਦੀ ਪ੍ਰਾਪਤੀ ਵਾਸਤੇ ਕੋਈ ਉਪਰਾਲਾ ਨਹੀਂ ਕਰਦਾ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹਾਂ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਦੱਸਿਆ ਕਿ ਪ੍ਰਭੂ ਦਾ ਨਾਮ ਹੀ ਸਾਡੇ ਲਈ ਨੌਨਿਧ ਹੈ। ਤੋ ਬਿਲਕੁਲ ਇਹ ਸਹੀ ਇੱਕ ਲਾਈਨ ਦਾ ਉੱਤਰ ਹੈ। ਤੋ ਸੰਗਤ ਜੀ ਬੇਨਤੀ ਕਰਦੇ ਆ, ਜਿਤਨੇ ਵੀ ਗੁਰਬਾਣੀਕਾਰ ਨੇ ਉਹਨਾਂ ਨੇ ਜਦ ਵੀ ਗੁਰਬਾਣੀ ਰਚੀ ਆ ਤਾਂ ਉਸ ਵੇਲੇ ਲੋਕਾਈ ਨੂੰ ਸਮਝਾਉਣ ਲਈ ਜਿਹੜੀਆਂ ਪ੍ਰਚਲਿਤ ਰੀਤੀ ਰਿਵਾਜਾਂ ਔਰ ਕਈ ਤਰ੍ਹਾਂ ਦੇ ਪਾਤਰ ਜਿਹੜੇ ਨੇ ਔਰ ਉਹਨਾਂ ਦੇ ਨਾਮ ਲੈ ਕੇ ਸਾਨੂੰ ਗੱਲ ਸਮਝਾਈ ਹੈ। ਉਹ ਕੇਵਲ ਐਜ਼ ਏ ਮੈਟਾਫੋਰ ਵਰਤੇ ਨੇ, ਨਾ ਕਿ ਅਸਲੀਅਤ। ਜਿਵੇਂ ਕਿ ਕਈ ਫਰੇਜ਼ਸ ਦੇ ਪੰਜਾਬੀ ਦੀਆਂ ਅਸੀਂ ਕਹਿੰਦੇ 36 ਪ੍ਰਕਾਰ ਦੇ ਭੋਜਨ, ਉਹਦਾ ਮਤਲਬ 36 ਨਹੀਂ ਹੈ, 36 30 ਜਮਾ 6 36 ਨਹੀਂ ਹੈ। ਤੋ ਉਹ ਸਿਰਫ ਇੱਕ ਸਿੰਬੋਲਿਕ ਹੈ, ਇੱਕ ਕਹਿਣ ਦਾ ਫਰੇਜ਼ ਹੀ ਹੈ। ਜਾਂ ਕਈ ਵਾਰ ਕਿਹਾ ਜਾਂਦਾ 84 ਲੱਖ ਜੂਨ ਹੈ, ਤੇ ਜ਼ਰੂਰੀ ਨਹੀਂ ਵੀ 84 ਲੱਖ ਹੈ। ਮਹਾਰਾਜ ਦੀ ਜਿਹੜੀ ਪੈਦਾਇਸ਼ ਹੈ ਉਹਦੀ ਕੋਈ ਗਿਣਤੀ ਕੀਤੀ ਨਹੀਂ ਜਾ ਸਕਦੀ। ਤੋ ਇਸੇ ਤਰ੍ਹਾਂ ਇਹ ਜੋ ਨੌਨਿਧ ਜਾਂ ਨਵਨਿਧ ਹੈ ਉਹ ਦੂਸਰਿਆਂ ਮਤਾਂ 'ਚ ਕੀ ਹੈ, ਗੁਰਬਾਣੀ ਅਨੁਸਾਰ ਕੀ ਹੈ, ਬਾਖੂਬੀ ਵੀਰ ਜੀ ਨੇ ਦੱਸਿਆ। ਤੇਜਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ। ਤੋ ਸੰਗਤ ਜੀ ਆਓ ਆਪਾਂ ਅਗਲਾ ਸਵਾਲ ਜਿਹੜਾ ਹੈ ਤੇ ਉਹ ਪੁੱਛਿਆ ਸਾਡੇ ਕੋਲੋਂ ਜਿਹਨੇ ਵੀ ਸਵਾਲ ਕਰਤਾ ਨੇ ਕਿ ਇਤਿਹਾਸਕ ਜਿਹੜੇ ਸਰੋਵਰ ਨੇ ਉਹਨਾਂ ਦੀ ਕੀ ਮਹੱਤਤਾ ਹੈ। ਇਤਿਹਾਸਕ ਸਰੋਵਰਾਂ ਦੀ ਮਹੱਤਤਾ ਦੱਸਣਗੇ ਸਾਇੰਦਰਵੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪ ਜੀ ਨੇ ਵੀਰ ਜੀ ਪਾਸੋਂ ਸਵਾਲ ਸਰਵਣ ਕਰ ਲਿਆ ਹੈ, ਇਤਿਹਾਸਕ ਸਰੋਵਰਾਂ ਦੀ ਕੀ ਮਹੱਤਤਾ ਹੈ। ਤੋ ਸੰਗਤ ਜੀ, ਸਰੋਵਰ ਦੇ ਜਿਹੜੇ ਵਿਦਵਾਨਾਂ ਨੇ ਅਰਥ ਕੀਤੇ ਹਨ ਉਹ ਤਲਾਬ ਜਾਂ ਸਮੁੰਦਰ ਵਜੋਂ ਕੀਤੇ ਗਏ ਹਨ। ਤੇ ਇਤਿਹਾਸਕ ਸਰੋਵਰ ਸਿੱਖ ਇਤਿਹਾਸ ਵਿੱਚ ਅਸੀਂ ਉਹਨਾਂ ਸਰੋਵਰਾਂ ਨੂੰ ਕਹਿ ਸਕਦੇ ਹਾਂ ਜੋ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਨਾਲ ਬਣੇ ਹੋਏ ਹਨ। ਤੋ ਸਿੱਖ ਇਤਿਹਾਸ ਵਿੱਚ ਸਭ ਤੋਂ ਪਹਿਲਾ ਨਾਮ ਜਿਹੜਾ ਹੈ ਜਿਸ ਸਰੋਵਰ ਦਾ ਮੰਨਿਆ ਜਾਂਦਾ ਹੈ ਉਹ ਸੰਤੋਖਸਰ ਹੈ। ਪਰ ਅਮਲੀ ਤੌਰ ਤੇ ਜਿਹੜਾ ਸਰੋਵਰ ਸਭ ਤੋਂ ਪਹਿਲਾਂ ਬਣਿਆ ਹੈ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਦਾ ਸਰੋਵਰ ਹੈ। ਤੋ ਐਸਾ ਕਿਉਂ ਹੋਇਆ ਕਿ 1564 ਦੇ ਵਿੱਚ ਭਾਈ ਜੇਠਾ ਜੀ ਜਿਹੜੇ ਬਾਅਦ ਵਿੱਚ ਗੁਰੂ ਰਾਮਦਾਸ ਸਾਹਿਬ ਬਣੇ ਨੇ, ਗੁਰੂ ਅਮਰਦਾਸ ਸਾਹਿਬ ਜੀ ਦੀ ਹਦਾਇਤ ਤੇ ਉਹਨਾਂ ਨੇ ਗੁਰੂ ਕਾ ਚੱਕ, ਜਿਸਨੂੰ ਚੱਕ ਰਾਮਦਾਸਪੁਰ ਵੀ ਕਹਿੰਦੇ ਸਨ, ਉਹ ਵਸਾਉਣ ਦੇ ਜਦ ਉਹਨਾਂ ਨੂੰ ਆਦੇਸ਼ ਮਿਲੇ ਤਾਂ ਆਪ ਜੀ ਨੇ ਇਸ ਵਾਸਤੇ ਜ਼ਮੀਨ ਖਰੀਦੀ ਤੇ ਜ਼ਮੀਨ ਖਰੀਦ ਕੇ ਸੰਤੋਖਸਰ ਦੀ ਥਾਂ ਤੇ ਪਾਣੀ ਦੀ ਥੋੜ ਨੂੰ ਮਹਿਸੂਸ ਕਰਦਿਆਂ ਪਾਣੀ ਵਾਸਤੇ ਉਹਨਾਂ ਨੇ ਇੱਕ ਤਲਾਬ ਜਿਹੜੀ ਖੁਦਵਾਈ ਹੈ ਉੱਥੇ ਸ਼ੁਰੂ ਕੀਤੀ। ਪਰ ਇਸੇ ਦੌਰਾਨ ਉਹਨਾਂ ਨੂੰ ਵਾਪਸ ਗੁਰੂ ਅਮਰਦਾਸ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਬੁਲਾ ਲਿਆ ਤੇ ਉਹ ਗੋਇੰਦਵਾਲ ਸਾਹਿਬ ਇਸ ਕੰਮ ਨੂੰ ਵਿੱਚ ਹੀ ਛੱਡ ਕੇ ਚਲੇ ਗਏ। ਤੇ ਉਸ ਤੋਂ ਬਾਅਦ 1574 ਵਿੱਚ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਤੇ ਗੁਰੂ ਰਾਮਦਾਸ ਜੀ ਨੇ ਪੱਕੇ ਤੌਰ ਤੇ ਅੰਮ੍ਰਿਤਸਰ ਵਿੱਚ ਹੀ ਕਿਆਮ ਕੀਤਾ। ਤੇ ਸਭ ਤੋਂ ਪਹਿਲਾਂ ਆਪ ਜੀ ਨੇ ਜਿਹੜਾ ਕਾਰਜ ਕੀਤਾ ਉਸ ਸਰੋਵਰ ਨੂੰ ਦਾ ਕੰਮ ਦੁਬਾਰਾ ਉਹਨਾਂ ਨੇ ਪੁੱਟਣਾ ਸ਼ੁਰੂ ਕੀਤਾ। ਪਰ ਇਸ ਵਾਰ ਜਿਹੜੀ ਥਾਂ ਸੀ ਉਹ ਅੰਮ੍ਰਿਤਸਰ ਸਾਹਿਬ ਵਿਖੇ ਸੀ। ਤੋ ਇਸ ਦਾ ਕਾਰਨ ਇਹ ਸੀ ਕਿ ਅੰਮ੍ਰਿਤਸਰ ਜਿਹੜਾ ਸੀ ਉਹ ਸੰਤੋਖਸਰ ਦੇ ਲੈਵਲ ਤੋਂ ਕਾਫੀ ਨੀਵਾਂ ਸੀ। ਤੋ ਇੱਥੇ ਜਿਹੜਾ ਬਾਰਿਸ਼ ਦਾ ਪਾਣੀ ਜਿਹੜਾ ਆਸਾਨੀ ਨਾਲ ਇਕੱਠਾ ਹੋ ਸਕਦਾ ਸੀ ਔਰ ਕਾਫੀ ਮਿਕਦਾਰ ਵਿੱਚ ਵੀ ਇਕੱਠਾ ਹੋ ਸਕਦਾ ਸੀ। ਤੋ ਇਸ ਤਰ੍ਹਾਂ ਤਕਰੀਬਨ 2 ਸਾਲ ਦੇ ਅਰਸੇ ਵਿੱਚ ਅੰਮ੍ਰਿਤਸਰ ਸਰੋਵਰ ਤਿਆਰ ਹੋ ਗਿਆ। ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਸੰਤੋਖਸਰ ਦਾ ਸਰੋਵਰ ਵੀ ਜਿਹੜਾ ਸੀ ਉਹ 1578 ਵਿੱਚ ਉਹ ਵੀ ਤਿਆਰ ਕਰਵਾ ਦਿੱਤਾ। ਤੋ ਇਹਨਾਂ ਦੇ ਸਰੋਵਰਾਂ ਦੇ ਤਿਆਰ ਕਰਨ ਦੇ ਨਾਲ ਕੀ ਹੋਇਆ ਕਿ ਜਿਹੜੀਆਂ ਸਿੱਖ ਸੰਗਤਾਂ
ਲੋਕ ਉੱਥੇ ਆਉਂਦੇ ਸਨ, ਉਹਨਾਂ ਦੇ ਨਹਾਉਣ ਵਾਸਤੇ ਪਾਣੀ ਦਾ ਮਸਲਾ ਹੱਲ ਹੋ ਗਿਆ। ਤੇ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਜੀ ਨੇ ਵੀ ਹੋਰ 2 ਸਰੋਵਰ ਰਾਮਸਰ ਤੇ ਵਿਵੇਕਸਰ ਜਿਹੜੇ ਇਹ ਤਿਆਰ ਕਰਵਾਏ, ਕਿਉਂਕਿ ਸੰਗਤਾਂ ਦੀ ਗਿਣਤੀ ਹੁਣ ਵੱਧਦੀ ਜਾ ਰਹੀ ਸੀ। ਤੇ ਇਸ ਤੋਂ ਮਗਰੋਂ ਅੰਮ੍ਰਿਤਸਰ ਜਿਹੜੀ ਸੰਗਤ ਆ ਰਹੀ ਸੀ, ਉਹਨਾਂ ਦੇ ਪੜਾਅ ਤਰਨਤਾਰਨ ਸਾਹਿਬ ਵਿਖੇ ਗੁਰੂ ਸਾਹਿਬ ਨੇ ਇੱਕ ਹੋਰ ਸਰੋਵਰ ਤਰਨਤਾਰਨ ਸਾਹਿਬ ਦਾ ਤਿਆਰ ਕਰਵਾਇਆ। ਤੇ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੌਲਸਰ ਨਾਮ ਦਾ ਸਰੋਵਰ ਜਿਹੜਾ ਸੀ ਉਹ ਪਟਵਾਇਆ। ਤੋ ਇਸ ਤੋਂ ਇਹ ਗੱਲਾਂ ਜਿਹੜੀਆਂ ਨੇ ਸਾਨੂੰ ਸਪਸ਼ਟ ਹੁੰਦੀਆਂ ਨੇ, ਗੁਰੂ ਸਾਹਿਬਾਨ ਨੇ ਜਿੱਥੇ ਵੀ ਸਰੋਵਰ ਜਾਂ ਤਲਾਬ ਪਟਵਾਏ ਹਨ, ਉਹ ਮੀਂਹ ਦਾ ਪਾਣੀ ਵੱਧ ਤੋਂ ਵੱਧ ਇਕੱਠਾ ਕੀਤਾ ਜਾ ਸਕੇ ਤੇ ਪਾਣੀ ਦੀ ਥੋੜ੍ਹੀ ਨੂੰ ਜਿਹੜਾ ਸੀ ਉਹ ਬਰਕਰਾਰ ਰੱਖਿਆ ਜਾਵੇ। ਇੱਕ ਇੰਪੋਰਟੈਂਟ ਤੇ ਮੋਢੀ ਕਾਰਨ ਜਿਹੜਾ ਸੀ ਉਹ ਇਹ। ਉਸ ਤੋਂ ਪਹਿਲਾਂ ਵੀ ਜਦ ਅਸੀਂ ਦੇਖਦੇ ਹਾਂ ਕਿ ਗੁਰੂ ਅਮਰਦਾਸ ਪਾਤਸ਼ਾਹ ਜੋ ਗੋਇੰਦਵਾਲ ਸਾਹਿਬ ਵਿਖੇ ਰਹਿੰਦੇ ਸਨ, ਉੱਥੇ ਪਾਣੀ ਦੀ ਥੋੜ੍ਹ ਪਹਿਲਾਂ ਤੇ ਮਹਿਸੂਸ ਨਹੀਂ ਹੋਈ, ਪਰ ਜਦ ਸੰਗਤਾਂ ਦੀ ਗਿਣਤੀ ਵੱਧਦੀ ਗਈ ਤਾਂ ਜਿਹੜੇ ਸਾਂਝੇ ਖੂਹ ਤੋਂ ਲੋਕੀ ਪਾਣੀ ਲਿਆਉਂਦੇ ਸਨ, ਤੇ ਜ਼ਾਤ ਅਭਿਮਾਨੀਆਂ ਨੇ ਜਿਹਨਾਂ ਵਿੱਚੋਂ ਤੱਪਾ ਗੋਂਦੇ ਦਾ ਨਾਂ ਆਉਂਦਾ ਹੈ, ਤੇ ਉਹ ਉਸ ਦੇ ਸਾਥੀਆਂ ਨੇ ਤੇ ਉਸਨੇ ਸ਼ੁਰੂ ਕਰ ਦਿੱਤਾ ਕਿ ਜਿਹੜੇ ਸਿੱਖ ਸਾਂਝੇ ਖੂਹ ਤੋਂ ਪਾਣੀ ਲਿਆਉਂਦੇ ਸਨ, ਉਹਨਾਂ ਨੂੰ ਵਧੀਕੀਆਂ ਉਹਨਾਂ ਦੇ ਨਾਲ ਕਰਨੀਆਂ ਸ਼ੁਰੂ ਕਰਤੀਆਂ, ਉਹਨਾਂ ਨੂੰ ਸਤਾਉਣਾ ਸ਼ੁਰੂ ਕਰਤਾ, ਜਿਸ ਕਾਰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਨ 1559 ਵਿੱਚ ਗੋਇੰਦਵਾਲ ਸਾਹਿਬ ਵਿਖੇ ਜੋ ਮੌਜੂਦ ਹੈ ਉੱਥੇ ਬਾਵਲੀ ਅੱਜ ਵੀ ਮੌਜੂਦ ਹੈ, ਉਹ ਬਾਵਲੀ ਤਿਆਰ ਕੀਤੀ। ਤੇ ਇਸ ਤਰ੍ਹਾਂ ਦੀ ਗੁਰੂ ਸਾਹਿਬ ਨੇ ਉੱਥੇ ਲੋਕਾਂ ਦੀ ਸਹੂਲਤ ਵਾਸਤੇ ਇਹ ਪਾਣੀ ਦਾ ਜਿਹੜਾ ਅਰੇਂਜਮੈਂਟ ਗੁਰੂ ਸਾਹਿਬ ਨੇ ਕੀਤਾ, ਤੇ ਜਿਸ ਤੋਂ ਸਾਨੂੰ ਇਹ ਸੇਧ ਮਿਲਦੀ ਹੈ ਕਿ ਸਿੱਖ ਇਤਿਹਾਸ ਵਿੱਚ ਗੁਰੂ ਸਾਹਿਬਾਨ ਨੇ ਪਾਣੀ ਦੀ ਥੁੜ ਵਾਸਤੇ ਜਦ ਵੀ ਇਹ ਕਾਰਜ ਜਿਹੜੇ ਨੇ ਸਰੋਵਰ ਜਾਂ ਬਾਉਲੀਆਂ ਇਹ ਤਿਆਰ ਕਰਵਾਈਆਂ। ਪਰ ਹੁਣ ਇੱਥੇ ਦੂਸਰਾ ਕਾਰਨ ਜਿਹੜਾ ਮੋਢੀ ਕਾਰਨ ਤਾਂ ਇਹੋ ਸੀ। ਦੂਸਰਾ ਕਾਰਨ ਜਿਸ ਤਰ੍ਹਾਂ ਦੀ ਆਪ ਜੀ ਨੇ ਬਾਉਲੀ ਦਾ ਜ਼ਿਕਰ ਇਸੇ ਕਰਕੇ ਕੀਤਾ ਕਿ ਜ਼ਾਤ ਅਭਿਮਾਨੀਆਂ ਵੱਲੋਂ ਕਾਫੀ ਠੇਸ ਪਹੁੰਚਾਈ ਜਾਂਦੀ ਸੀ ਸਾਂਝੇ ਪਾਣੀਆਂ ਦੇ ਵਾਸਤੇ। ਤੇ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਦੀ ਪਹਿਲਾਂ ਹੀ ਜਾਤ ਪਾਤ, ਕਿਉਂਕਿ ਗੁਰਮਤ ਇਹਨਾਂ ਚੀਜ਼ਾਂ ਨੂੰ ਮੰਨਦੀ ਨਹੀਂ ਹੈ, ਗੁਰਮਤ ਇਸ ਤੋਂ ਉੱਪਰ ਹੈ, ਤੇ ਗੁਰੂ ਸਾਹਿਬ ਨੇ ਇਸ ਕਾਰਜ ਨੂੰ ਠੱਲ ਪਾਉਣ ਵਾਸਤੇ ਇੱਕ ਲਾਸਾਨੀ ਵਿਵਸਥਾ ਸਾਨੂੰ ਦਿੱਤਾ, ਸੰਗਤ ਤੇ ਪੰਗਤ ਦਾ, ਜਿਸ ਵਿੱਚ ਕਿ ਹਰ ਕੋਈ ਬਿਨਾਂ ਵਿਤਕਰੇ ਦੇ ਬੈਠ ਸਕਦਾ ਹੈ, ਤੇ ਪੰਗਤਾਂ ਦੇ ਵਿੱਚ ਹਰ ਕੋਈ ਮਰਦ ਇਸਤਰੀ ਕੋਈ ਵੀ ਕਿਸੇ ਜਾਤ ਦੇ ਵਿਤਕਰੇ ਤੋਂ ਬਿਨਾਂ ਬੈਠ ਕੇ ਲੰਗਰ ਛਕ ਸਕਦੇ। ਤੋ ਇਸੇ ਤਰ੍ਹਾਂ ਦੀ ਗੁਰੂ ਸਾਹਿਬ ਨੇ ਸਰੋਵਰਾਂ ਵਿੱਚ ਵੀ ਇਹ ਹਦਾਇਤ ਸੰਗਤ ਜਾਰੀ ਕਰ ਦਿੱਤੀ ਕਿ ਜਿਤਨੇ ਵੀ ਖੂਹ ਜਾਂ ਸਰੋਵਰ ਜਾਂ ਬਾਉਲੀ ਹਨ, ਇਹ ਪਾਣੀ ਦੀ ਥੋੜ ਵਾਸਤੇ ਤਿਆਰ ਕਰਵਾਏ ਗਏ ਨੇ, ਪਰ ਇਹਨਾਂ ਦੇ ਵਿੱਚ ਕੋਈ ਵੀ ਸਮਾਨਤਾ ਦਾ ਜਿਹੜਾ ਗੁਰੂ ਘਰ ਦਾ ਸਿਧਾਂਤ ਹੈ ਉਹ ਬਰਕਰਾਰ ਰਹੇਗਾ। ਹਰ ਕੋਈ ਬਿਨਾਂ ਜਾਤ ਦੇ ਬਿਨਾਂ ਪਾਤ ਦੇ ਇਹਨਾਂ ਸਰੋਵਰਾਂ ਦਾ ਪਾਣੀ ਜਿਹੜਾ ਇਸਤੇਮਾਲ ਕਰ ਸਕਦਾ, ਇਹਨਾਂ ਦੇ ਵਿੱਚ ਨਹਾ ਸਕਦਾ ਹੈ। ਹੁਣ ਸਿੱਖ ਇਤਿਹਾਸ ਸੰਗਤ ਦੀ ਇਹ ਗੱਲ ਸਾਨੂੰ ਇੱਥੇ ਜ਼ਰੂਰ ਚਰਚਾ ਕਰਨਾ ਹੈ ਤੇ ਜਾਣਨੀ ਜ਼ਰੂਰੀ ਹੈ ਕਿ ਸਿੱਖ ਇਤਿਹਾਸ ਵਿੱਚ ਕਿਸੇ ਵੀ ਸਰੋਵਰ ਦਾ ਸੰਕਲਪ ਕਿਸੇ ਵੀ ਤਰ੍ਹਾਂ ਤੀਰਥ ਇਸ਼ਨਾਨ ਦੀ ਭਾਵਨਾ ਤੇ ਉਸਾਰਿਆ ਹੋਇਆ ਨਹੀਂ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਤੀਰਥ ਇਸ਼ਨਾਨ ਦਾ ਕੋਈ ਵੀ ਮਹੱਤਵ ਜਿਹੜਾ ਹੈ ਉਹ ਪ੍ਰਗਟ ਨਹੀਂ ਕੀਤਾ, ਤੇ ਕੋਈ ਵੀ ਤੀਰਥ ਇਸ਼ਨਾਨ ਗੁਰਮਤਿ ਦੇ ਵਿੱਚ ਪ੍ਰਵਾਨ ਨਹੀਂ ਹੈ। ਗੁਰੂ ਸਾਹਿਬਾਨ ਗੁਰੂ ਨਾਨਕ ਪਾਤਸ਼ਾਹ ਨੇ ਧਨਾਸਰੀ ਰਾਗ ਦੇ ਵਿੱਚ ਸਾਨੂੰ ਅਗਵਾਈ ਕੀਤੀ ਹੈ, ਤੀਰਥ ਨਹਾਉਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ 10 ਪੁਰਬ ਦਸਹਰਾ। ਔਰ ਨਾਮ ਹੀ ਜਿਹੜਾ ਸਿੱਖ ਵਾਸਤੇ ਤੀਰਥ ਹੈ, ਤੇ ਇਸ ਨਾਮ ਦੇ ਵਿੱਚ ਹੀ ਗੁਣਾਂ ਦੀ ਜਿਹੜੀ ਚੁੱਭੀ ਲਾ ਕੇ ਗੁਣਾਂ ਦਾ ਖਜ਼ਾਨਾ ਆਪਣੇ ਅੰਦਰ ਧਾਰਨ ਕਰਨਾ ਹੀ ਅਸਲ ਤੀਰਥ ਇਸ਼ਨਾਨ ਹੈ। ਸੋ ਇਤਨੇ ਹੀ ਬਚਨ ਪ੍ਰਵਾਨ ਕਰਨੇ। ਆਸ ਹੈ ਜਿਨ੍ਹਾਂ ਨੇ ਸਵਾਲ ਪੁੱਛਿਆ ਹੋਵੇਗਾ ਉਹਨਾਂ ਨੂੰ ਸੰਤੁਸ਼ਟੀ ਮਿਲੇਗੀ, ਪਰ ਫਿਰ ਵੀ ਜੇ ਕੋਈ ਵੀ ਆਪ ਜੀ ਹੋਰ ਸੇਧ ਦੇਣਾ ਚਾਹੋ ਤੇ ਜ਼ਰੂਰ ਦੇ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰਿੰਦਰਬੀਰ ਸਿੰਘ ਜੀ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਉਹ ਕਾਰਨ ਜਿਨ੍ਹਾਂ ਕਾਰਨਾਂ ਕਰਕੇ ਇਹ ਇਤਿਹਾਸਕ ਸਰੋਵਰ ਗੁਰੂ ਸਾਹਿਬਾਨ ਵੱਲੋਂ ਬਣਾਏ ਗਏ ਸਨ ਉਹਨਾਂ ਨੇ ਸਾਨੂੰ। ਤੋ ਸੰਗਤ ਜੀ ਜਿੱਥੇ ਵੀ ਸੰਗਤਾਂ ਜੁੜਦੀਆਂ ਨੇ ਉਹ ਤੀਰਥ ਬਣ ਜਾਂਦਾ ਹੈ, ਧੰਨਤਾ ਯੋਗ ਹੈ। ਤੋ ਸਮੇਂ ਦੇ ਮੁਤਾਬਕ, ਸਮੇਂ ਦੀ ਲੋੜ ਦੇ ਮੁਤਾਬਕ ਗੁਰੂ ਮਹਾਰਾਜ ਨੇ ਇਹ ਜਿਹੜੇ ਸਰੋਵਰ ਤਲਾਬ ਬਣਾਏ ਨੇ, ਉਹਨਾਂ ਦੀ ਸਾਨੂੰ ਪਵਿੱਤਰਤਾ ਜਿਹੜੀ ਹੈ ਉਹਨਾਂ ਦਾ ਸਤਿਕਾਰ ਸਾਡੇ ਮਨ 'ਚ ਜ਼ਰੂਰ ਰਹਿੰਦਾ ਕਿ ਗੁਰੂ ਸਾਹਿਬਾਨ ਨੇ ਕਾਰਜ ਕੀਤੇ ਨੇ। ਤੋ ਪਰ ਜਿਵੇਂ ਵੀਰ ਜੀ ਨੇ ਅਖੀਰ ਤੇ ਦੱਸਿਆ ਹੈਗਾ ਕਿ ਇਸ ਵਜ੍ਹਾ ਜਾਂ ਇਸ ਮਨਸ਼ਾ ਨਾਲ ਨਹੀਂ ਵੀ ਇਹ ਕੋਈ ਤੀਰਥ ਹੈ। ਤੀਰਥ ਵਾਹਿਗੁਰੂ ਜੀ ਦਾ ਨਾਮ ਹੈ। ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਸਾਡੀ ਤਾਂ ਉਹੀ ਤੀਰਥ ਹੈ, ਜਿੱਥੇ ਸੰਗਤ ਜੁੜਦੀ ਹੈ ਉਹੀ ਤੀਰਥ ਹੈ। ਤੋ ਖੈਰ ਗੁਰੂ ਸਾਹਿਬਾਨ ਨੇ ਪਰਉਪਕਾਰ ਦੇ ਕੰਮ ਕੀਤੇ, ਜਦ ਕਿ ਜਿਸ ਵੇਲੇ ਪਾਣੀ ਦੀ ਸ਼ਾਰਟੇਜ ਸੀ। ਤੁਸੀਂ ਦੇਖੋ ਕਿ ਸਰੋਵਰਾਂ ਤੋਂ ਇਲਾਵਾ ਗੁਰੂ ਮਹਾਰਾਜ ਨੇ ਖਾਸ ਕਰਕੇ ਪੰਜਵੇਂ ਪਾਤਸ਼ਾਹ ਜੀ ਨੇ ਉਸ ਇਲਾਕੇ ਵਿੱਚ ਬਹੁਤ ਸਾਰੇ ਹੋਰ ਖੂਹ ਵੀ ਲਵਾਏ ਨੇ,
ਅੰਮ੍ਰਿਤਸਰ ਸਾਹਿਬ ਦੇ ਨਾਲ ਹੀ ਛਿਆਲਟਾ 6 ਹਰਟ, ਕਿਉਂਕਿ ਪਾਣੀ ਦੀ ਬੜੀ ਕਿਲਤ ਸੀ ਲੋਕਾਂ ਨੂੰ ਪੀਣ ਲਈ, ਕਾਸ਼ਤਕਾਰੀ ਲਈ। तो ਇਹ ਇੱਕ ਗੁਰੂ ਸਾਹਿਬਾਨ ਨੇ ਕੇਵਲ ਬਾਣੀ ਨਹੀਂ ਰਚੀ, ਉਹਨਾਂ ਨੇ ਸਮੇਂ ਦੇ ਰਾਜਨੀਤਿਕ, ਸਮਾਜਿਕ, ਇਤਿਹਾਸਕ ਜਿੱਥੇ ਜਿੱਥੇ ਵੀ ਸੰਗਤਾਂ ਨੂੰ ਚਾਹੀਦੀ ਹੈ, ਉਹਦੀ ਜ਼ਰੂਰਤ ਹੈ, ਉੱਥੇ ਅਗਵਾਈ ਕੀਤੀ ਹੈ। ਔਰ ਆਪ ਅੱਗੇ ਲੱਗ ਕੇ ਲੋਕਾਈ ਦੀ ਸੇਵਾ ਲਈ, ਲੋਕਾਂ ਦੇ ਪਰਉਪਕਾਰ ਦੇ ਲਈ ਮਹਾਰਾਜ ਨੇ ਇਹ ਸਾਰੇ ਕਾਰਜ ਕੀਤੇ ਨੇ। ਉਹਨਾਂ ਚੋਂ ਇੱਕ ਕਾਰਜ ਇਹ ਵੀ ਹੈ। ਬਹੁਤ ਬਹੁਤ ਧੰਨਵਾਦ। ਆਓ ਸੰਗਤ ਜੀ, ਅਗਲਾ ਸਵਾਲ ਜਿਹੜਾ ਹੈ ਇਹ ਸਰਦਾਰ MP ਸਿੰਘ ਜੀ ਕਰਨਗੇ ਕਿ ਸਾਡੇ 'ਚ ਕਈ ਤਰ੍ਹਾਂ ਦੀਆਂ ਵਹਿਮ ਚੱਲਦੇ ਨੇ, ਤੇ ਖੈਰ ਉਹ ਤੁਹਾਨੂੰ ਦੱਸਣਗੇ। ਸਵਾਲ ਹੈ ਕਿ ਮ੍ਰਿਤਕ ਪ੍ਰਾਣੀ ਦੀ ਅੰਤਮ ਅਰਦਾਸ ਜਿਹੜੀ ਹੈ, ਕਿਆ ਆਫਟਰਨੂਨ 'ਚ ਹੀ ਹੋ ਸਕਦੀ ਹੈ, ਬਾਅਦ ਦੁਪਹਿਰ ਹੀ ਹੋ ਸਕਦੀ, ਪਹਿਲੇ ਨਹੀਂ ਹੋ ਸਕਦੀ, ਜਾਂ ਹੋ ਸਕਦੀ? ਹਾਂਜੀ, ਦੱਸੋ ਜੀ ਸਰਦਾਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੱਲ ਆਮ ਸਮਝ ਜਾ ਜਾਣ ਵਾਲੀ ਹੈ ਕਿ ਇਨਸਾਨ ਕਿਉਂਕਿ ਸਮਾਜਿਕ ਪ੍ਰਾਣੀ ਹੈ, ਜਿਸ ਸਮਾਜ ਵਿੱਚ ਉਹ ਰਹਿੰਦਾ ਹੈ ਉਹਦੇ ਵਿੱਚ ਵਸਣ ਵਾਲੇ ਆਸ-ਪਾਸ ਦੇ ਆਪਣੇ ਮਿੱਤਰਾਂ, ਸੰਬੰਧੀਆਂ ਤੇ ਹੋਰ ਜਿਹੜੇ ਉਹਦੇ ਮੇਲ-ਜੋਲ ਵਾਲੇ ਬੰਦੇ ਹੁੰਦੇ ਹਨ, ਉਹਨਾਂ ਦੇ ਸੁਭਾਅ ਤੋਂ, ਉਹਨਾਂ ਦੇ ਜੀਵਨ ਢੰਗ ਤੋਂ ਪ੍ਰਭਾਵਿਤ ਹੁੰਦਾ ਹੈ। ਤੇ ਜੇ ਇਨਸਾਨ ਜ਼ਿਆਦਾ ਸੂਝ-ਬੂਝ ਵਾਲਾ ਨਾ ਹੋਵੇ ਤਾਂ ਜੋ ਵੀ ਦੇਖਾ-ਦੇਖੀ ਲੋਕ ਕਰਦੇ ਨੇ, ਉਹ ਕਈ ਵਾਰੀ ਲੋਕੀ ਉਹਨਾਂ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਉਹਨਾਂ ਰਸਮਾਂ ਨੂੰ, ਰਿਵਾਜ਼ਾਂ ਨੂੰ ਅਪਣਾ ਲੈਂਦੇ। ਸਿੱਖ ਧਰਮ ਦੇ ਜੋ ਪੈਰੋਕਾਰ ਹਨ, ਉਹਨਾਂ ਦੇ ਵਾਸਤੇ ਜੀਵਨ ਦਾ ਹਰ ਕਰਮ, ਹਰ ਰੀਤੀ ਰਿਵਾਜ ਗੁਰਬਾਣੀ ਦੇ ਸਿਧਾਂਤਾਂ ਦੇ ਅਨੁਕੂਲ ਹੀ ਹੋਣਾ ਬਣਦਾ ਹੈ। ਚਾਹੇ ਉਹ ਪ੍ਰਾਣੀ ਦੇ ਜਨਮ ਦੇ ਨਾਲ ਸੰਬੰਧ ਰੱਖਦਾ ਹੋਵੇ, ਜੀਵਨ ਦੇ ਕਿਸੇ ਹੋਰ ਇਵੈਂਟ ਦੇ ਨਾਲ, ਚਾਹੇ ਉਹ ਵਿਆਹ ਹੈ ਜਾਂ ਬੱਚੇ ਦਾ ਜਨਮ ਹੈ ਜਾਂ ਕੋਈ ਉਸਦੇ ਉਹਨਾਂ ਦੇ ਪਰਿਵਾਰ ਦੇ ਵਿੱਚ ਜਾਂ ਕਾਰੋਬਾਰ ਦੇ ਵਿੱਚ ਕੋਈ ਖੁਸ਼ੀ ਦਾ ਮੌਕਾ ਹੈ ਜਾਂ ਪ੍ਰਾਣੀ ਦੇ ਚਲਾਣੇ ਦਾ ਹੋਵੇ, ਸਾਰੇ ਹੀ ਸੰਸਕਾਰ ਉਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਕੰਮ ਹਨ, ਉਹ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਹੀ ਕਰਨੇ ਬਣਦੇ ਹਨ। ਪਰ ਹੁੰਦਾ ਇਹੀ ਹੈ ਕਿ ਆਸ-ਪਾਸ ਦੇ ਜਿਹੜੇ ਲੋਕ ਜਿਸ ਤਰੀਕੇ ਦੇ ਨਾਲ ਕੰਮਕਾਰ ਕਰਦੇ ਨੇ, ਬੰਦੇ ਉਹਨਾਂ ਦੇ ਗੱਲਾਂ ਤੋਂ, ਉਹਨਾਂ ਦੇ ਤਰੀਕਿਆਂ ਤੋਂ ਪ੍ਰਭਾਵਿਤ ਹੋ ਜਾਂਦੇ। ਤਾਂ ਸਾਡੇ ਗੁਆਂਢੀ ਸਮਾਜ ਵਿੱਚ ਖਾਸ ਤੌਰ ਤੇ ਜਿਹੜੇ ਸਨਾਤਨ ਧਰਮ ਦੇ ਪੈਰੋਕਾਰ ਹਨ, ਉਹਨਾਂ ਦੇ ਵਿੱਚ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਮੁਤਾਬਕ ਇਹ ਵਿਸ਼ਵਾਸ ਪ੍ਰਚਲਿਤ ਹੈ ਕਿ ਖੁਸ਼ੀ ਦੇ ਕੰਮ ਜਿਹੜੇ ਨੇ ਉਹ ਦਿਨ ਦੇ ਪਹਿਲੇ ਹਿੱਸੇ ਵਿੱਚ ਕੀਤੇ ਜਾਣੇ ਚਾਹੀਦੇ ਨੇ, ਤੇ ਗਮੀ ਵਾਲੇ ਜਿਹੜੇ ਸਮਾਗਮ ਨੇ, ਕੰਮ ਨੇ, ਉਹ ਬਾਅਦ ਤੋਂ, ਦੁਪਹਿਰ ਤੋਂ ਬਾਅਦ ਦੇ ਸਮੇਂ 'ਚ ਕੀਤੇ ਜਾਣੇ ਚਾਹੀਦੇ ਨੇ। ਉਹਨਾਂ ਦੀ ਦੇਖਾ-ਦੇਖੀ ਸਿੱਖ ਸਮਾਜ ਵਿੱਚ ਵਸਣ ਵਾਲੇ ਕਈ ਲੋਕਾਂ ਨੇ ਵੀ ਆਪਣੇ ਮਨ 'ਚ ਇਹ ਧਾਰਨਾ ਬਣਾ ਲਈ ਕਿ ਬਈ ਆਨੰਦ ਕਾਰਜ ਹੋਵੇ ਤੇ ਉਹ 12 ਵਜੇ ਤੋਂ ਪਹਿਲਾਂ ਹੋਣਾ ਚਾਹੀਦਾ ਹੈ, ਤੇ ਜਿਹੜੇ ਮ੍ਰਿਤਕ ਨਾਲ ਸੰਬੰਧਿਤ ਪ੍ਰੋਗਰਾਮ ਨੇ ਉਹ 12 ਵਜੇ ਤੋਂ ਬਾਅਦ ਹੋਣੇ ਚਾਹੀਦੇ ਨੇ। ਹਾਲਾਂਕਿ ਗੁਰਮਤਿ ਦੇ ਵਿੱਚ ਐਸੇ ਸਮੇਂ ਦੀਆਂ ਇਹਨਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ, ਕੋਈ ਉਹਦੇ ਬਾਰੇ ਡਾਇਰੈਕਸ਼ਨ ਨਹੀਂ ਹੈ। ਨਾ ਹੀ ਸਿੱਖ ਰਿਆਤ ਮਰਿਆਦਾ ਦੇ ਵਿੱਚ ਐਸੀ ਕੋਈ ਗੱਲ ਕਿਸੇ ਤਰੀਕੇ ਦੀ ਪ੍ਰਵਾਨ ਕੀਤੀ ਗਈ ਹੈ। ਪਰ ਸਿਰਫ ਇਹ ਗੁਆਂਢੀਆਂ ਦੇ ਦੇਖਾ-ਦੇਖੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਪ੍ਰਭਾਵ ਬੈਠ ਗਿਆ ਹੈ ਕਿ ਨਹੀਂ ਜੀ, ਜਿਹੜੇ ਖੁਸ਼ੀ ਦੇ ਸਮਾਗਮ ਨੇ, ਆਨੰਦ ਕਾਰਜ ਹੈ, ਬੱਚੇ ਦਾ ਜਨਮ ਦਿਨ ਹੈ ਜਾਂ ਕੋਈ ਚੱਠ ਹੈ ਜਾਂ ਕੁਝ ਹੋਰ ਜਿਹੜੇ ਵੀ ਦੁਨੀਆਦਾਰੀ ਦੇ ਕੋਈ ਕਿਸੇ ਨੇ ਫੰਕਸ਼ਨ ਕਰਨੇ ਨੇ, ਜੇ ਖੁਸ਼ੀ ਦਾ ਕੰਮ ਹੈ ਤੇ ਉਹ 12 ਵਜੇ ਤੋਂ ਪਹਿਲਾਂ ਹੋਣਾ ਚਾਹੀਦਾ ਹੈ ਤੇ ਗਮੀ ਦਾ 12 ਤੋਂ ਬਾਅਦ ਹੋਣਾ ਚਾਹੀਦਾ ਹੈ। ਐਸਾ ਕੋਈ ਸਿਧਾਂਤ ਗੁਰਮਤਿ ਦੇ ਸਿਧਾਂਤਾਂ ਦੇ ਵਿੱਚ ਨਹੀਂ ਮਿਲਦਾ, ਨਾ ਹੀ ਸਿੱਖ ਰਿਆਤ ਮਰਿਆਦਾ ਵਿੱਚ ਕੋਈ ਐਸੀ ਗੱਲ ਦੱਸੀ ਗਈ ਹੈ। ਔਰ ਗੁਰਮਤਿ ਦਾ ਤੇ ਸਿੱਧਾ ਸਪਸ਼ਟ ਨਿਰਣਾ ਵੀ ਹੈ ਕਿ ਚਾਹੇ ਜਨਮ ਹੈ, ਚਾਹੇ ਮਰਨ ਹੈ, ਚਾਹੇ ਜ਼ਿੰਦਗੀ ਦਾ ਹੋਰ ਕੋਈ ਵੀ ਕੰਮ ਇਵੈਂਟ ਹੋ ਜਾਂਦਾ ਹੈ, ਉਹ ਸਭ ਪਰਮਾਤਮਾ ਦੇ ਭਾਣੇ ਦੇ ਅਨੁਸਾਰ ਉਹਦੀ ਰਜ਼ਾ ਦੇ ਵਿੱਚ ਹੀ ਹੁੰਦੇ ਹਨ। ਤੇ ਇਨਸਾਨ ਦਾ ਇਹ ਫਰਜ਼ ਹੈ ਕਿ ਉਹਦੀ ਰਜ਼ਾ ਦੇ ਵਿੱਚ ਸੀਸ ਝੁਕਾ ਕੇ ਖਿੜੇ ਮੱਥੇ ਉਸ ਨੂੰ ਪ੍ਰਵਾਨ ਕਰੇ, ਉਹਦੀ ਰਜ਼ਾ ਵਿੱਚ ਰਾਜ਼ੀ ਰਹੇ। ਇਹੀ ਗੁਰਮਤਿ ਦਾ ਮਾਰਗ ਹੈ। ਉਹ ਕਿਸੇ ਵੀ ਢੰਗ ਦੇ ਨਾਲ ਕੋਈ ਖੁਸ਼ੀ ਗਮੀ ਦੇ ਵਿਤਕਰੇ ਕਰਨੇ, ਉਹਦੇ ਵਾਸਤੇ ਕੋਈ ਸਮੇਂ ਦੀ ਵੰਡ ਕਰਨੀ, ਇਹ ਗੁਰਮਤਿ ਦੇ ਅਨੁਕੂਲ ਨਹੀਂ ਹੈ। ਤੇ ਜਿਹੜੇ ਇਸ ਤਰੀਕੇ ਦੇ ਭਰਮ ਮਨਾਂ ਦੇ ਵਿੱਚ ਪਾਲੇ ਜਾਂਦੇ ਹਨ, ਉਹ ਨਿਰੋਲ ਗੁਆਂਢੀਆਂ ਦੀ ਦੇਖਾ-ਦੇਖੀ ਕੀਤੇ ਜਾਣ ਵਾਲੇ ਵਹਿਮ ਹਨ, ਜਿਨ੍ਹਾਂ ਦੀ ਗੁਰਮਤਿ ਵਿੱਚ ਕੋਈ ਥਾਂ ਨਹੀਂ ਹੈ। तो इस करके चाहे मृतक प्राणी की अरदास का समागम होवे, बड़े कॉन्फिडेंस के नाल बिना किसी शक के, बिना किसी भरम के वो सवेर वेले भी की जा सकती है
ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਗੁਰਮਤ ਸਿਧਾਂਤ ਦੀ ਕੋਈ ਉਲੰਘਣਾ ਨਹੀਂ ਹੋਏਗੀ। ਇਤਨਾ ਹੀ ਬਚਨ ਪ੍ਰਵਾਨ ਕਰਨੇ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬੜੇ ਅੱਛੇ ਢੰਗ ਨਾਲ ਵੀਰ ਐਮਪੀ ਸਿੰਘ ਜੀ ਨੇ ਗੱਲ ਸਮਝਾ ਦਿੱਤੀ ਹੈ। ਸੰਗਤ ਜੀ, ਮੈਨੂੰ ਲੱਗਦਾ ਵੀ ਅਸੀਂ ਨਾ ਨਕਲਬਾਜ਼ 'ਚ ਬੜੇ ਐਕਸਪਰਟ ਆ। ਵੀ ਕੋਈ ਚਾਹੇ ਕ੍ਰਿਸਚੈਨਿਟੀ 'ਚ ਕੋਈ ਕੰਮ ਹੈ, ਅਸੀਂ ਉਹਨੂੰ ਵੀ ਪੜ੍ਹਾ ਲੈਂਦੇ ਹਾਂ। ਜੇਕਰ ਕੋਈ ਦੂਸਰੇ ਹਿੰਦੂ ਮਤ 'ਚ, ਅਸੀਂ ਉਹਨੂੰ ਵੀ ਪੜ੍ਹਾ ਲੈਂਦੇ ਹਾਂ। ਤਾਂ ਅਸੀਂ ਆਲੇ ਦੁਆਲੇ ਦੀ ਗੱਲਾਂ ਸਾਰੀਆਂ ਜਿਹੜੀਆਂ ਸੋਚਦੇ ਹੀ ਨਹੀਂ, ਜਦ ਕਿ ਸਾਡੇ ਕੋਲ ਬਾਣੀ ਦਾ ਖਜ਼ਾਨਾ ਹੈ। ਜੋ ਕਰਨਾ ਹੈ ਅਸੀਂ ਆਪਣੀ ਮਰਿਆਦਾ ਅਨੁਸਾਰ ਜਾਂ ਗੁਰਬਾਣੀ ਅਨੁਸਾਰ ਤੋਂ ਪੁੱਛ ਕੇ ਕਰਿਆ ਕਰੀਏ। ਅਸੀਂ ਆਲੇ ਦੁਆਲੇ ਜੋ ਹੁੰਦਾ ਉਹਨੂੰ ਕਰੀ ਜਾਂਦੇ ਹਾਂ। ਤੇ ਇਹ ਜਿਹੜੀਆਂ ਚੀਜ਼ਾਂ ਨੇ, ਕੋਈ ਹੁਣ ਜਨਮ ਦੀ ਗੱਲ ਹੈ, ਉਹਦੇ ਤੇ ਕੋਈ ਇਸ ਤਰ੍ਹਾਂ ਗੱਲ ਨਹੀਂ ਹੁੰਦੀ। ਮਤਲਬ ਜਿਵੇਂ ਹੁਣ ਇੱਥੇ ਆਇਆ ਜੀ, ਮ੍ਰਿਤਕ ਪ੍ਰਾਣੀ ਦੀ ਭੋਗ ਜਿਹੜਾ ਹੈ, ਉਹਦੇ ਲੋਕਾਂ ਨੇ ਵਹਿਮ ਪਾਇਆ ਵੀ ਬਾਅਦ ਦੁਪਹਿਰ ਸਵੇਰੇ ਨਹੀਂ ਹੋ ਸਕਦਾ। ਇਸੇ ਤਰ੍ਹਾਂ ਬਹੁਤ ਸਾਰੀਆਂ ਦਿਨਾਂ ਨੂੰ ਉਹਨਾਂ ਦੀ ਕੈਟੇਗਰਾਈਜੇਸ਼ਨ ਕੀਤੀ ਵੀ ਇਹ ਦਿਨ ਚੰਗਾ ਜੀ, ਇਹ ਮਾੜਾ ਹੈ। ਕਮਾਲ ਹੋ ਗਈ ਹੈ। ਇਸੇ ਤਰ੍ਹਾਂ ਮਹੀਨਿਆਂ ਨਾਲ ਧੱਕਾ ਕੀਤਾ ਜਾਂਦਾ ਕਿ ਮਹੀਨੇ ਨਾਲ, ਇਸ ਮਹੀਨੇ ਕੰਮ ਨਹੀਂ ਕਰਨਾ, ਮਾੜਾ ਹੈ। ਪਰ ਜੇ ਉਸੇ ਮਹੀਨੇ 'ਚ ਜਾਂ ਜਿਹੜਾ ਦਿਨ ਇਹ ਕਹਿੰਦੇ ਨੇ ਚੰਗਾ ਨਹੀਂ ਹੁੰਦਾ, ਉਸ ਦਿਨ ਘਰ ਵਿੱਚ ਬਾਲਕ ਜਨਮ ਲੈ ਲਵੇ ਤੇ ਉਹਨੂੰ ਤਾਂ ਨਹੀਂ ਕਹਿੰਦੇ ਗੋ ਬੈਕ, ਅੱਜ ਦਿਨ ਚੰਗਾ ਨਹੀਂ। ਤੇ ਮਤਲਬ ਸਾਰੀਆਂ ਸਾਡੀਆਂ ਵਹਿਮ ਬਣਾਈਆਂ। ਵਾਹਿਗੁਰੂ ਜੀ ਨੇ ਉਹ ਖਾਸ ਕਰਕੇ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਚੱਲੀਏ ਤਾਂ ਇਹਦੇ 'ਚ ਤਾਂ ਕੋਈ ਵਹਿਮ ਭਰਮ ਦਾ ਬਿਲਕੁਲ 0.1% ਵੀ ਕੋਈ ਵੀ ਕਿਸੇ ਕਿਸਮ ਦਾ ਇਹਦੇ 'ਚ ਪ੍ਰੋਵੀਜ਼ਨ ਨਹੀਂ ਹੈ। ਬਿਲਕੁਲ ਸਾਫ਼ ਹੈ। ਬਾਰ-ਬਾਰ ਇਹ ਤੁਕ ਪੜੀ ਜਾਂਦੀ ਹੈ ਕਿ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਬੰਦਿਆਂ ਤੇ ਦੋ ਕੰਮ ਹੀ ਕਰਨੇ ਨੇ, ਵਾਹਿਗੁਰੂ ਨੂੰ ਯਾਦ ਰੱਖਣਾ ਤੇ ਕੰਮ ਚੰਗੇ ਕਰਨੇ ਨੇ। ਇਹ ਦਿਨਾਂ ਦੇ ਚੱਕਰਾਂ 'ਚ ਕਿਉਂ ਅਸੀਂ ਪੈ ਕੇ ਆਪਣਾ ਸਮਾਂ ਖਰਾਬ ਕਰਦੇ ਹਾਂ, ਔਰ ਮੈਨੂੰ ਖਿਮਾ ਕਰਨਾ, ਦਿਮਾਗ ਵੀ ਖਰਾਬ ਕਰਦੇ ਹਾਂ, ਕਿਉਂਕਿ ਲੋਕੀ ਵਹਿਮ 'ਚ ਪੈ ਜਾਂਦੇ। ਤੋ ਆਓ ਆਪਾਂ ਇੱਕ ਸਿੱਧਾ ਪੱਧਰਾ ਜੀਵਨ ਜੀਵੀਏ। ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਉਹਨੇ ਤੇ ਲੋਕਾਂ ਨੂੰ ਭਰਮਾਂ 'ਚੋਂ ਕੱਢਿਆ ਤੇ ਅੱਜ ਅਸੀਂ ਆਪ ਭਰਮਾਂ 'ਚ ਪੈ ਜਾਈਏ। ਪਰ ਅਸੀਂ ਤੇ ਏਡੇ ਮਾੜੇ ਹਾਂ, ਅਸੀਂ ਗੁਰੂ ਸਾਹਿਬਾਨ ਦੇ ਨਾਮ ਨਾਲ ਵੀ ਭਰਮ ਕਹੀ ਜੋੜ ਦਿੱਤੇ ਨੇ। ਮੈਂ ਉਧਰ ਨਹੀਂ ਜਾਂਦਾ, ਸਮਾਂ ਦੌੜ ਰਿਹਾ। ਐਮਪੀ ਸਿੰਘ ਜੀ, ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਤੋ ਸੰਗਤ ਜੀ, ਆਓ ਅਗਲਾ ਸਵਾਲ ਜਿਹੜਾ ਹੈ ਉਹ ਵੀ ਇਹਦੇ ਵਰਗਾ ਹੀ ਹੈ। ਉਹ ਸਵਾਲ ਕਰਦੇ ਨੇ, ਪੁੱਛੇ ਜੀ, ਸੁਖਣਾ ਸੁਖੀ ਜਿਹੜੀ ਹੈ, ਕਿਉਂਕਿ ਕਈ ਲੋਕ ਸੁਣਿਆ ਸੁਖਣਾ ਸੁਖੀ ਹੈ, ਵੀ ਸਿੱਖ ਮਤ ਵਿੱਚ ਸੁਖਣਾ ਦਾ ਕੀ ਅਸਥਾਨ ਹੈ। ਜਿਵੇਂ ਹੁਣ ਆਪਾਂ ਗੱਲ ਕੀਤੀ ਨਾ, ਜਿਹੜਾ ਵੀਰ ਐਮਪੀ ਸਿੰਘ ਜੀ ਨੇ ਸਵਾਲ ਲਿਖਿਆ, ਉਹਦੇ ਵਰਗਾ ਹੀ ਸਵਾਲ ਹੈ। ਮੈਂ ਕਿਹਾ ਵੀ ਨਾਲ ਹੀ ਕਰ ਲਈਏ ਕਿ ਆਇਆ ਸੁਖਣਾ ਦੀ ਗੱਲ ਵੀ ਡਾਕਟਰ ਤਜਿੰਦਰ ਸਿੰਘ ਸਾਨੂੰ ਦੱਸ ਹੀ ਦਿਓ ਵੀ ਸੁਖਿਆ ਕਰੀਏ ਜਾਂ ਨਹੀਂ, ਜਾਂ ਕੋਈ ਦਾ ਵਿਧਾਨ ਹੈ। ਹਾਂਜੀ, ਡਾਕਟਰ ਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬਰਾਂ ਸਮਾਧਾਂ, ਮੈਂ ਸੰਕਲਪ ਦੀ ਗੱਲ ਕਰ ਰਿਹਾ ਜੀ। ਇਹਦੇ ਵਿੱਚ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ, ਕੀ ਦੇਖ ਰਹੇ ਹਾਂ? ਕਬਰਾਂ ਸਮਾਧਾਂ, ਮੰਦਰਾਂ, ਡੇਰਿਆਂ। ਤੇ ਹੁਣ ਦੇਖਾ ਦੇਖੀ ਕੁਝ ਗੁਰਦੁਆਰਿਆਂ ਵਿੱਚ ਨੋਟਿਸ ਬੋਰਡ ਤੇ ਪ੍ਰਚਾਰਕਾਂ ਦਾ ਜ਼ੋਰ ਫੜ ਰਿਹਾ ਹੈ ਕਿ ਇਸ ਪਰਟੀਕੁਲਰ ਜਗ੍ਹਾ ਤੇ ਇਹ ਪਰਟੀਕੁਲਰ ਜਿਹੜੀ ਉਹ ਸੁਖਣਾ ਹੈ, ਉਹ ਸੁਖਿਆ ਕਾਰਜਰਾਸ ਹੋ ਜਾਂਦੀ। ਅਸੀਂ ਸੰਗਤ ਕਹਿੰਦੇ ਹਾਂ, ਇਹ ਉਸ ਨੂੰ ਗਾਹਕੀ ਦੀ ਤਰ੍ਹਾਂ ਆਪਣੇ ਵੱਲ ਖਿੱਚਦੇ ਹਨ। ਜੇ ਸੁਖਣਾ ਦੀ ਗੱਲ ਕੱਲੀ ਗੱਲ ਕਰੀਏ, ਸੁਖਣਾ ਹੈ ਕੀ, ਪਹਿਲਾਂ ਇਹ ਸਮਝੀਏ। ਸੁਖਣਾ ਨੂੰ ਮੰਨਤ ਵੀ ਆਖਦੇ ਹਨ। ਸੁਖਣਾ ਜਾਂ ਮੰਨਤ ਤੋਂ ਭਾਵ ਹੈ ਕਿ ਕੋਈ ਵਿਅਕਤੀ ਆਪਣੇ ਕਿਸੇ ਮਿੱਥੇ ਹੋਏ ਸੁਖ ਦੀ ਪੂਰਤੀ ਜਾਂ ਕਸ਼ਟ ਦੇ ਨਿਵਾਰਨ ਲਈ ਆਪਣੇ ਇਸ਼ਟ ਨਾਲ ਡੀਲ ਕਰਦਾ ਹੈ, ਭਾਵ ਸੌਦਾ ਕਰਦਾ ਹੈ ਕਿ ਉਸ ਦੀ ਵਿਸ਼ੇਸ਼ ਕਾਮਨਾ ਜੇ ਪੂਰੀ ਹੋਵੇਗੀ ਤਾਂ ਉਹ ਇਸ ਕੰਮ ਲਈ ਨਿਰਧਾਰਿਤ ਇਸ਼ਟ ਨੂੰ ਪ੍ਰਸੰਨ ਕਰਨ ਲਈ ਕੋਈ ਵਿਸ਼ੇਸ਼ ਕਰਮ ਕਰੇਗਾ, ਜਿਵੇਂ ਕਿ ਬਲੀ ਦੇਵੇਗਾ, ਪ੍ਰਸ਼ਾਦ ਕਰਾਵੇਗਾ, ਲੰਗਰ ਕਰਾਵੇਗਾ, ਪਾਠ ਕਰਾਵੇਗਾ, ਚਾਦਰ ਚੜਾਵੇਗਾ ਵਗੈਰਾ। ਉਸ ਦਾ ਇਹ ਪ੍ਰਣ ਸਿਰਫ ਇੱਛਾ ਦੀ ਪੂਰਤੀ ਨਾਲ ਜੁੜਿਆ ਹੁੰਦਾ ਹੈ ਅਤੇ ਇੱਛਾ ਦੀ ਪੂਰਤੀ ਨਾ ਹੋਣ ਤੇ ਇਹ ਡੀਲ ਰੱਦ ਸਮਝੀ ਜਾਂਦੀ ਹੈ। ਕਈ ਵਾਰ ਤਾਂ ਬਿਲਾਖੀ ਆਪਣਾ ਇਸ਼ਟ ਬਦਲ ਕੇ ਹੋਰ ਦਰ ਤੇ ਮੁੜ ਸੁਖਣਾ ਚੁੱਕਣ ਚਲਾ ਜਾਂਦਾ ਹੈ। ਮਨੁੱਖ ਦੀਆਂ ਲੋੜਾਂ ਅਸੀਮਿਤ ਹਨ, ਜੀਵਨ ਵਿੱਚ ਸੁਖਣਾ ਵੀ ਅਸੀਮਿਤ ਹੋ ਗਈਆਂ। ਇਸ ਲਈ ਸੁਖਣਾ ਦਾ ਪੂਰਾ ਹੋਣਾ ਨਾ ਹੋਣਾ, ਇਸ਼ਟ ਦਾ ਦਰ ਬਦਲਣਾ, ਟਿਕਾਓ ਦਾ ਨਾ ਹੋਣਾ ਆਦਿ ਜੀਵਨ ਭਰ ਚੱਲਦੇ ਰਹਿੰਦੇ ਹਨ। ਜਿਸ ਦਰ ਤੇ ਸੁਖਣਾ ਸੁਖਦਿਆਂ ਰੱਬ ਸਬੱਬੀ ਕੋਈ ਲੋੜ ਪੂਰੀ ਹੋ ਹੀ ਜਾਂਦੀ ਹੈ ਤਾਂ ਵਿਅਕਤੀ ਉਸੇ ਡੇਰੇ ਦਾ ਜਸ ਗਾਇਨ ਕਰਨ ਲੱਗ ਜਾਂਦਾ। ਗੁਰਮਤ ਵਿੱਚ ਸੁਖਣਾ ਦਾ ਕੋਈ ਮਹੱਤਵ ਨਹੀਂ। ਇਸ ਲਈ ਆਓ ਗੁਰਮਤ ਦੇ ਆਸ਼ੇ ਤੋਂ ਗੁਰੂ ਉਪਦੇਸ਼ ਜਾਣਨ ਦੀ ਕੋਸ਼ਿਸ਼ ਕਰੀਏ। ਪੰਨਾ 1378 ਇਸ ਤੇ ਫਰਮਾਨ ਹੈ ਜੀ ਬਾਬਾ ਫਰੀਦ ਜੀ ਦਾ, ਫਰੀਦਾ ਲੱਭ ਤਾਂ ਨੇ ਕਿਹਾ। ਫਰੀਦ ਜੀ ਆਖਦੇ ਹਨ, ਜੇ ਲੋਭ ਹੈ, ਲਾਲਚ ਹੈ, ਕੋਈ ਮਨਸਾ ਹੈ ਤਾਂ ਫਿਰ ਪ੍ਰਭੂ ਨਾਲ ਪਿਆਰ ਹੀ ਕੈਸਾ। ਇਹ ਮਤਲਬ ਦਾ ਪਿਆਰ ਹੈ ਨਾ। ਫਰੀਦਾ ਲੱਭ ਤਾਂ ਨੇ ਕਿਹਾ, ਲੱਭ ਤਾਂ ਕੂੜਾ ਨੇ। ਤੋ ਹੇ ਫਰੀਦ, ਜੇ ਰੱਬ ਦੀ ਬੰਦਗੀ ਕਰਦਿਆਂ ਇਫਜ਼ਾਨੇ ਵਜੋਂ ਕੋਈ ਦੁਨੀਆ ਦਾ ਲਾਲਚ ਹੈ ਤਾਂ ਰੱਬ ਨਾਲ ਅਸਲ ਪਿਆਰ ਨਹੀਂ। ਜਦ ਤੱਕ ਲਾਲਚ ਹੈ ਤਦ ਤੱਕ ਪਿਆਰ ਝੂਠਾ ਹੈ। ਕਿਚਰ ਝੱਤ ਲਗਾਈ ਹੈ, ਛੱਪੜ ਟੁੱਟੇ ਵੇ।
ਇਵੇਂ ਟੁੱਟੇ ਹੋਏ ਛੱਪਰ ਉੱਤੇ ਮੀਂਹ ਪੈਂਦਿਆਂ ਇਹ ਛੱਪਰ ਕਦ ਤੱਕ ਰਹੇਗਾ? ਭਾਵ ਲਾਲਚ ਦਾ ਮੀਂਹ ਸਦਾ ਪੈਣਾ ਹੈ ਤੇ ਭਰੋਸੇ ਦੀ ਛੱਤ ਨੇ ਸਦਾ ਲੀਕ ਕਰਨਾ ਹੈ। ਤਾਂ ਫਿਰ ਅਸੀਂ ਭਰੋਸੇ ਵਾਲੀ ਛੱਤ ਜਿਹੜੀ ਹੈ ਕਿਤਨੇ ਦਿਨ ਟਿਕੇਗੀ? ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਦੀ ਗੱਲ ਕਰੀਏ, ਇਸ ਦੇ ਸਿਰਲੇਖ 2 ਪੰਨਾ 20 ਪੈਰਾ ਸੱਸਾ ਵਿੱਚ ਆਦੇਸ਼ ਹੈ। ਇਸ ਨੂੰ ਮੈਂ ਪੜ੍ਹ ਕੇ ਸੁਣਾ ਰਿਹਾ ਜੀ। ਇਹ ਸੱਸਾ ਪੈਰਾ ਜਿਹੜਾ ਹੈਗਾ ਇਹਦੇ ਵਿੱਚ ਕਾਫੀ ਸਾਰੀਆਂ ਮਨਮਤ ਕਰਮਕਾਂਡ ਲਿਖੇ ਜਿਹੜੇ ਨਹੀਂ ਕਰਨੇ, ਬਹੁਤ ਲੰਬੀ ਲਿਸਟ ਹੈ। ਇਸ ਦੇ ਸੱਸਾ ਪਦ ਦੇ 2 ਪਦ ਹਨ। ਮੈਂ ਦੂਸਰੇ ਪਦ ਤੇ ਆ ਜਾਂਦਾ ਹੈ ਜੋ ਕਿ ਸਾਨੂੰ ਰਿਲੇਟ ਕਰਦਾ ਹੈ। ਇੱਥੇ ਲਿਖਿਆ ਹੈ, ਪੀਰ ਬ੍ਰਾਹਮਣ ਪੁੱਛਣਾ ਸੁਖਣਾ ਸ਼ੀਰਨੀ ਵੇਦ ਸ਼ਾਸਤਰ ਗਾਇਤਰੀ ਗੀਤਾ ਕੁਰਾਨ ਅੰਜੀਲ ਆਦਿ ਉੱਤੇ ਨਿਸ਼ਚਾ ਨਹੀਂ ਕਰਨਾ। ਇਹ ਦੂਸਰਾ ਪੈਰਾ ਇਹਦੇ ਵਿੱਚ ਹੈ ਜੀ। ਇਹਦੇ ਵਿੱਚ ਸੁਖਣਾ ਸਪਸ਼ਟ ਲਿਖਿਆ ਹੈ। ਅੱਗੇ ਲਿਖਿਆ ਹੈ, ਹਾਂ ਆਮ ਆਦਮੀ ਵਾਕਫੀਅਤ ਲਈ ਅਨਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ। ਖਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ। ਇੱਥੇ ਜ਼ੋਰ ਹੈ ਜੀ, ਖਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ। ਦੁਨੀਆ ਦੇ ਕਰਮਕਾਂਡ ਸਾਡੇ ਵਾਸਤੇ ਨਹੀਂ ਬਣੇ ਹਨ। ਜਿਵੇਂ ਹੁਣ ਵੀਰ ਜੀ ਗੱਲ ਕਰ ਰਹੇ ਸਨ ਰਾਜ ਸਿੰਘ ਜੀ ਕਿ ਗੁਰਸਿੱਖ ਸਿੱਧਾ ਸਿੱਧਾ ਜੀਵਨ ਜੀਏ ਭਾਣੇ ਅੰਦਰ ਜੀਵਨ ਬਤੀਤ ਕਰੇ ਤੇ ਆਨੰਦ ਦਾ ਅਹਿਸਾਸ ਰਹਿੰਦਾ ਹੈ। ਗੁਰਬਾਣੀ ਵਿੱਚ ਆਪਣੇ ਗੁਰੂ ਪਰਮੇਸ਼ਰ ਦੇ ਪਾਸ ਬੇਨਤੀ ਕਰਨ ਦਾ ਉਪਦੇਸ਼ ਹੈ। ਬਿਗਨ ਨਾ ਕੋ ਲਾਗਤਾ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ ਕਾਰੇ ਦੇ ਸਵਾਰ ਸਤਿਗੁਰ ਸੱਚ ਸਾਖੀਐ। ਇਵੇਂ ਗੁਰਬਾਣੀ ਜਿੱਥੇ ਗੁਰੂ ਪਰਮੇਸ਼ਰ ਤੇ ਭਰੋਸਾ ਦ੍ਰਿੜ ਕਰਵਾਉਂਦੀ ਹੈ, ਉੱਥੇ ਨਾਲ ਹੀ ਗੁਰਸਿੱਖ ਦੇ ਭਾਣੇ ਵਿੱਚ ਹੁਕਮੀ ਬੰਦਾ ਬਣ ਕੇ ਰਹਿਣ ਦੀ ਵੀ ਲੋੜ ਦ੍ਰਿੜ ਕਰਵਾਉਂਦੀ ਹੈ। ਜੇ ਸੁਖ ਦੇ ਤਾਂ ਤੁਝੇ ਆਰਾਧੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ। ਇਵੇਂ ਭਾਣੇ ਵਿੱਚ ਰਹਿਣਾ, ਹੁਕਮੀ ਬੰਦਾ ਬਣ ਕੇ ਰਹਿਣਾ ਗੁਰਸਿੱਖ ਦਾ ਜੀਵਨ ਹੈ, ਸਾਡੀ ਜੀਵਨ ਸ਼ੈਲੀ ਹੈ। ਇਸੇ ਵਿੱਚ ਸਾਡੇ ਤੇ ਗੁਰੂ ਦੀ ਬਖਸ਼ਿਸ਼ ਹੈ ਹੁਕਮ ਵਿੱਚ ਰਹਿਣ ਨਾਲ। ਇਸ ਲਈ ਇਹ ਬੇਨਤੀ ਹੈ ਜੀ ਕਿ ਸਿੱਖ ਮਤ ਵਿੱਚ ਸੁਖਣਾ ਦਾ ਕੋਈ ਮਹੱਤਵ ਨਹੀਂ ਹੈ, ਬਲਕਿ ਸੁਖਣਾ ਮਨਮਤ ਹੈ। ਇਹਨਾਂ ਸ਼ਬਦਾਂ ਨਾਲ ਹਾਜ਼ਰੀ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੱਕ ਗੁਰਸਿੱਖ ਨੂੰ ਤਾਂ ਗੁਰੂ ਅੱਗੇ ਅਰਦਾਸ ਹੀ ਕਰਨੀ ਚਾਹੀਦੀ ਹੈ, ਸੁਖਣਾ ਦਾ ਕੋਈ ਵਿਧਾਨ ਨਹੀਂ। ਜਿਵੇਂ ਕਿ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜੇਕਰ ਭਲਿਆ ਤੂੰ, ਅਸੀਂ ਗ੍ਰਸਤੀ ਜੀਵ ਹਾਂ, ਕਈ ਵਾਰੀ ਬੜਾ ਕੁਝ ਸਾਡੇ ਨਾਲ ਵਾਪਰਦਾ, ਤਾਂ ਉਸ ਵੇਲੇ ਗੁਰੂ ਸਾਡੀ ਬਾਂਹ ਪਕੜਦਾ। ਤੇ ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਲੇਵਾ ਜਿਹੜੇ ਨੇ, ਉਹਨਾਂ ਨੂੰ ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਨਹੀਂ ਜਾਣਾ ਚਾਹੀਦਾ। ਤੇ ਗੁਰਬਾਣੀ ਵਿੱਚ ਤਾਂ ਕਿਤੇ ਵੀ ਕੋਈ ਇਹੋ ਜਿਹਾ ਸੁਖਣਾ ਜਾਂ ਕੋਈ, ਜਿਵੇਂ ਵੀਰ ਜੀ ਨੇ ਬੜਾ ਲਫ਼ਜ਼ ਵਰਤਿਆ, ਉਹ ਡੀਲ ਕੀਤੀ ਜਾਂਦੀ ਵੀ ਇਹ ਕੰਮ ਕਰੋ ਤੇ ਆ ਦਿਆਂਗੇ। ਤੇ ਪਰ ਜੇ ਆਪਾਂ ਡੀਲ ਦੀ ਗੱਲ ਕਰੀਏ ਤੇ ਅਕਸਰ ਸੁਣੀ ਜਾਂਦੀ ਹੈ ਗੁਰਦੁਆਰਿਆਂ ਵਿੱਚ। ਉਹਦਾ ਕਾਰਨ ਇਹ ਹੈ ਕਿ ਸਾਨੂੰ ਸਹੀ ਮਰਿਆਦਾ ਦਾ ਪ੍ਰਚਾਰ ਨਹੀਂ ਕੀਤਾ ਗਿਆ, ਜਿਸ ਕਰਕੇ ਅਸੀਂ ਵੀ ਕੋਸ਼ਿਸ਼ ਨਹੀਂ ਕੀਤੀ। ਜੋ ਕਦੋਂ ਸੁਣਿਆ ਅਸੀਂ ਉਹਦੇ ਮਗਰ ਤੁਰਨਾ ਸ਼ੁਰੂ ਕਰ ਦਿੰਦੇ। ਤੇ ਸੁਖਣ ਦੀ ਕੋਈ ਬਹੁਤੀ ਐਡਾ ਵਿਧਾਨ ਨਹੀਂ ਹੈ। ਮੈਂ ਤਾਂ ਸਮਝਦਾ ਜਿਸ ਵੇਲੇ ਜੀਵ ਦਾ ਜਨਮ ਹੁੰਦਾ ਤਾਂ ਵਾਹਿਗੁਰੂ ਉਹਦੇ ਜੀਵਨ ਦਾ ਨਕਸ਼ਾ ਬਣਾ ਕੇ ਪਹਿਲੇ ਹੀ ਉਹਦੇ ਅੰਦਰ ਰੱਖ ਦਿੰਦੇ ਨੇ, ਤੇ ਮਨੁੱਖ ਨੇ ਉੱਤੇ ਚੱਲਣਾ, ਚਾਹੇ ਉਹ ਖੁਸ਼ੀ ਨਾਲ ਚੱਲੇ, ਔਖਾ ਹੋ ਕੇ ਚੱਲੇ, ਹੁਕਮ ਰਜ਼ਾਈ ਹੋ ਕੇ ਚੱਲੇ, ਚੱਲਣਾ ਪੈਣਾ। ਜੋ ਵਾਪਰਨਾ ਉਹ ਵਾਪਰਨਾ। ਵਾਹਿਗੁਰੂ ਜੀ ਨੇ ਜੋ ਲਿਖਿਆ ਸਾਡੇ ਮਸਤਕ ਤੇ ਉਹ ਸਾਨੂੰ ਮਿਲਣਾ ਹੀ ਮਿਲਣਾ। ਤੇ ਸਾਨੂੰ ਗੁਰੂ ਤੇ ਇੰਨਾ ਇਤਬਾਰ ਹੋਣਾ ਚਾਹੀਦਾ ਹੈ ਕਿ ਸਾਨੂੰ ਕੋਈ ਸਿਫਾਰਿਸ਼ ਪਾਉਣ ਦੀ ਲੋੜ ਨਾ ਪਵੇ, ਕਿਤੇ ਸੱਜੇ ਖੱਬੇ ਭਟਕਣ ਦੀ ਲੋੜ ਨਾ ਪਵੇ। ਇਹਨਾਂ ਸੁਖਣਾ ਦੇ ਪਿੱਛੇ ਤੇ ਬਹੁਤ ਸਾਰੇ ਸਾਡੀ ਕੌਮ ਦੇ ਜਿਹੜੇ ਵੀਰ ਭੈਣਾਂ ਨੇ, ਉਹ ਗੁਰੂ ਗ੍ਰੰਥ ਸਾਹਿਬ ਤੋਂ ਆਸਥਾ ਛੱਡ ਕੇ ਉਹਨਾਂ ਦੀਆਂ ਆਸਥਾਵਾਂ ਤੇ ਮੜੀਆਂ ਮਸਾਣਾ ਤੇ ਹੋਰ ਸਰੀਰਕ ਲੋਕਾਂ 'ਚ ਨੇ। ਤੇ ਸਾਨੂੰ ਇਹਦਾ ਖਿਆਲ ਕਰਨਾ ਚਾਹੀਦਾ। ਸਤਿਗੁਰੂ ਕਿਰਪਾ ਕਰਨ ਸਾਨੂੰ ਇਹ ਸੁਮਤ ਆਵੇ ਕਿ ਅਸੀਂ ਗੁਰੂ ਦਾ ਲੜ ਨਾ ਛੱਡੀਏ। ਗੁਰੂ ਨੇ ਸਾਡੀ ਬਿਹਤਰੀ ਕਰਨੀ ਹੈ। ਔਰ ਜੋ ਹੋ ਰਿਹਾ ਸਾਡੀ ਸਮਝ ਵਿੱਚ ਕਈ ਵਾਰੀ ਐਸਾ ਵੀ ਹੁੰਦਾ, ਜਿਵੇਂ ਇੱਕ ਫਰੇਜ਼ ਹੈ ਇੰਗਲਿਸ਼ ਦੀ, ਬਲੈਸਿੰਗ ਇਨ ਡਿਸਗਾਈਜ਼। ਕਈ ਵਾਰੀ ਸਾਨੂੰ ਲੱਗਦਾ ਵੀ ਇਹ ਗੱਲ ਠੀਕ ਨਹੀਂ, ਪਰ ਉਹਦਾ ਅਲਟੀਮੇਟ ਰਿਜ਼ਲਟ ਸਾਡੇ ਹੱਕ 'ਚ ਹੁੰਦਾ। ਫਿਰ ਅਸੀਂ ਕਹਿੰਦੇ ਚਲੋ ਇਹ ਚੰਗਾ ਹੀ ਸੀ। ਤਾਂ ਹੁੰਦਾ ਹਰ ਵੇਲੇ ਹੀ ਚੰਗਾ ਹੈ। ਇਹ ਸਾਡੀ ਆਪਣੀ ਸੋਚ ਮਾੜੀ ਹੈ। ਵਾਹਿਗੁਰੂ ਕਿਸੇ ਦਾ ਮਾੜਾ ਨਹੀਂ ਕਰਦਾ, ਸਤਿਗੁਰੂ ਸਭਨਾਂ ਦਾ ਭਲਾ ਮਨਾਉਂਦਾ। ਆਓ ਆਪਾਂ ਗੁਰੂ ਤੇ ਓਟ ਰੱਖੀਏ, ਸੱਜੇ ਖੱਬੇ ਨਾ ਭਟਕੀਏ। ਸਤਿਗੁਰੂ ਕਿਰਪਾ ਕਰਨ। ਡਾਕਟਰ ਸਾਹਿਬ ਜੀ ਦਾ ਧੰਨਵਾਦ। ਅਗਲਾ ਸਵਾਲ ਵੀਰ ਪ੍ਰਭ ਕੀਰਤਨ ਸਿੰਘ ਜੀ ਹੱਲ ਕਰਨਗੇ। ਇਸ ਸਵਾਲ ਵਿੱਚ ਗੁਰਬਾਣੀ ਦੀ ਤੁਕ ਹੈ ਪੰਨਾ 1257 ਦੇ ਕਿ ਨਾਂਗੇ ਆਵਨ ਨਾਂਗੇ ਜਾਣਾ ਕੋਈ ਨਾ ਰਹਿ ਰਾਜਾ ਰਾਣਾ। ਸਵਾਲ ਕਰਤਾ ਪੁੱਛਦਾ ਜੀ ਨਾਂਗੇ ਆਉਣ ਤੋਂ ਮਤਲਬ ਕੀ ਹੈ, ਵੀ ਵਸਤਰਾਂ ਤੋਂ ਬਗੈਰ ਆਉਣਾ ਜਾਂ ਵਸਤਰਾਂ ਤੋਂ ਬਗੈਰ ਜਾਣਾ ਜਾਂ ਕੋਈ ਹੋਰ ਗੱਲ? ਹਾਂਜੀ ਦੱਸੋ ਜੀ ਵੀਰ ਪ੍ਰਭ ਕੀਰਤਨ ਸਿੰਘ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ। ਜੀ ਕੀ ਫਤਿਹ ਜੀ। ਵੀਰ ਜੀ ਨੇ ਉਹ ਪੰਕਤੀਆਂ ਪੜ੍ਹੀਆਂ ਨੇ, ਨਾਂਗੇ ਆਵਨ ਨਾਂਗੇ ਜਾਣਾ, ਕੋਇ ਨ ਰਹਿ ਹੈ ਰਾਜਾ ਰਾਣਾ। ਤੇ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਆਪਣੀ ਗੱਲ ਨੂੰ ਸਮਝਾਉਣ ਲਈ ਆਮ ਭਾਸ਼ਾ ਵਰਤੀ ਹੈ। ਤੇ ਇਹਦੇ ਵਿੱਚ ਆਮ ਭਾਸ਼ਾ ਦੇ ਵਿੱਚ ਜਿਹੜੇ ਲੋਕਾਂ ਵੱਲੋਂ ਬੋਲੇ ਜਾਂਦੇ ਵਰਤੇ ਜਾਂਦੇ ਮੁਹਾਵਰੇ ਹਨ, ਉਹ ਵੀ ਸ਼ਾਮਲ ਹੋ ਜਾਂਦੇ ਹਨ ਕੁਦਰਤੀ ਤੌਰ ਦੇ ਉੱਤੇ। ਹੁਣ ਮੁਹਾਵਰਾ ਕੀ ਹੁੰਦਾ ਹੈ ਕਿ ਇਹ ਸ਼ਬਦ ਹੁੰਦੇ, ਇੱਕ ਸ਼ਬਦ ਹੁੰਦਾ ਹੈ ਜਾਂ ਕੁਝ ਸ਼ਬਦਾਂ ਦਾ ਸਮੂਹ ਹੁੰਦਾ ਹੈ ਜਿਹਦਾ ਭਾਵ ਅਰਥ ਇਹਨਾਂ ਲਫ਼ਜ਼ਾਂ ਦੇ ਆਖਰੀ ਅਰਥ ਨਹੀਂ ਹੁੰਦੇ, ਉਸ ਤੋਂ ਥੋੜਾ ਜਿਹਾ ਫਰਕ ਹੁੰਦਾ ਹੈ, ਉਸ ਤੋਂ ਜ਼ਿਆਦਾ ਡੂੰਘਾ, ਜ਼ਿਆਦਾ ਵਿਸ਼ਾਲ ਹੁੰਦਾ ਹੈ, ਥੋੜਾ ਜਿਹਾ ਵੱਖਰਾ। ਤੇ ਨਾਲ ਹੀ ਸਾਨੂੰ ਜੇ ਇਹਨੂੰ ਸਮਝਣਾ ਹੈ ਅਸੀਂ ਮੁਹਾਵਰੇ ਨੂੰ, ਤੇ ਸਾਨੂੰ ਦੂਜੀ ਗੱਲ ਇਹ ਹੈ ਕਿ ਕਿਉਂਕਿ ਮੁਹਾਵਰਿਆਂ ਦੀ ਜਿਹੜੀ ਵਰਤੋਂ ਹੈ ਉਹ ਕਈ ਪੱਖਾਂ ਦੇ ਨਾਲ ਕੀਤੀ ਜਾ ਸਕਦੀ ਹੈ, ਤੇ ਸਾਨੂੰ ਸੰਦਰਭ ਜਿਹੜਾ ਉਹ ਸਮਝਣਾ ਬੜਾ ਜ਼ਰੂਰੀ ਹੋ ਜਾਂਦਾ ਹੈ। ਤੇ ਜਦੋਂ ਤੱਕ ਸੰਦਰਭ ਅਨੁਸਾਰ ਅਸੀਂ ਇਹਦੇ ਅਰਥ ਦੇਖਦੇ ਹਾਂ ਤਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਉਸੇ ਮੁਹਾਵਰੇ ਦਾ ਅਰਥ ਹਲਕਾ ਜਿਹਾ ਬਦਲ ਵੀ ਜਾਂਦਾ। ਹੁਣ ਇਹ ਜਿਹੜੀ ਪੰਕਤੀ ਸਵਾਲਕਰਤਾ ਨੇ ਕਹੀ ਹੈ, ਇਹਦੇ ਵਿੱਚ ਨਾਂਗੇ ਸ਼ਬਦ ਵਰਤਿਆ ਗਿਆ ਹੈ। ਨਾਂਗੇ ਸ਼ਬਦ ਦਾ ਜੇ ਅਖਰੀ ਅਰਥ ਲਈਏ ਤਾਂ ਜਿਵੇਂ ਵੀਰ ਜੀ ਨੇ ਗੱਲ ਕੀਤੀ ਹੈ ਕਿ ਕਹਿ ਲਈਏ ਕਿ ਬਿਨਾਂ ਕੱਪੜਿਆਂ ਦੇ ਜਾਂ ਬਿਨਾਂ ਨੰਗੇਜ ਨੂੰ ਢੱਕੇ ਦੀ ਜੋ ਅਵਸਥਾ ਹੁੰਦੀ ਹੈ ਉਹਨੂੰ ਅਸੀਂ ਨਾਂਗੇ ਕਹਿੰਦੇ ਹਾਂ। ਪਰ ਜੇ ਇਹਦੇ ਪੂਰੇ ਅਰਥ ਅਸੀਂ ਸਮਝਣੇ ਹੋਣ ਤੇ ਸਾਨੂੰ ਅਗਲੀ ਪੰਕਤੀ ਵੀ ਨਾਲ ਵਿਚਾਰਨੀ ਪਏਗੀ ਕਿ ਕੋਇ ਨ ਰਹਿ ਹੈ ਰਾਜਾ ਰਾਣਾ। ਹੁਣ ਇਹਦੇ ਵਿੱਚ ਰਾਜੇ ਤੇ ਰਾਣੇ ਦੀ ਗੱਲ ਕੀਤੀ ਗਈ ਹੈ, ਜਿਨ੍ਹਾਂ ਦੇ ਅਰਥ ਉਹ ਲੋਕ ਹਨ ਜੋ ਦੁਨਿਆਵੀ ਵਸਤਾਂ ਦੇ ਵੱਡੇ ਮਾਲਕ ਹੁੰਦੇ ਹਨ। ਸੋ ਇੱਥੇ ਮਨੁੱਖ ਦੁਆਰਾ ਜਗਤ ਵਿੱਚ ਜਿਹੜੇ ਪਦਾਰਥ ਇਕੱਠੇ ਕੀਤੇ ਜਾਂਦੇ ਹਨ, ਧਨ, ਮਾਲ, ਅਸਬਾਬ, ਇਹਨਾਂ ਸਾਰਿਆਂ ਦੀ ਗੱਲ ਕੀਤੀ ਜਾ ਰਹੀ ਹੈ। ਤੇ ਜੇ ਅਸੀਂ ਇਸ ਸ਼ਬਦ ਦੀ ਰਾਓ ਦੀ ਪੰਕਤੀ ਦੇਖੀਏ ਤਾਂ ਉਹਦੇ ਵਿੱਚ ਵੀ ਕਬੀਰ ਜੀ ਨੇ ਫਰਮਾਇਆ ਕਿ ਇਹ ਬੰਦੇ ਲਈ, ਮੇਰੇ ਲਈ ਤਾਂ ਜੀ ਸਰਮਾਇਆ ਹੈ ਉਹ ਕੇਵਲ ਪ੍ਰਭੂ ਦਾ ਨਾਮ ਹੈ। ਆਪ ਫਰਮਾਉਂਦੇ ਹਨ ਕਿ ਰਾਮ ਰਾਜਾ ਨੌ ਨਿਧ ਮੇਰਾ, ਕਿ ਮੇਰੀਆਂ 9 ਨਿਧਾਂ ਉਹ ਉਸ ਪ੍ਰਭੂ ਦਾ ਜਿਹੜਾ ਰਾਮ ਰਾਜਾ ਉਹਨਾਂ ਨੇ ਸ਼ਬਦ ਵਰਤਿਆ, ਮੇਰੇ ਲਈ ਤਾਂ ਉਹਦਾ ਨਾਮ, ਉਹਦੇ ਪ੍ਰੀਤ ਹੀ ਜਿਹੜੀ ਹੈ ਮੇਰੀਆਂ 9 ਨਿਧਾਂ ਸਾਰੇ ਖਜ਼ਾਨੇ ਹਨ। ਸੰਪੈ ਹੇਤ ਕਲਤ ਧਨ ਤੇਰਾ। ਹੁਣ ਕਿਸੇ ਨੂੰ ਗੱਲ ਕਰ ਰਹੇ ਹਨ ਕਿ ਸੰਪਤੀ ਜਿਹੜੀ ਹੁੰਦੀ ਹੈ, ਸੰਪੈ, ਉਹਦੇ ਨਾਲ ਤੇਰਾ ਮੋਹ ਹੈ, ਤੇ ਕਲਤ ਭਾਵ ਇੱਥੇ ਇਸਤਰੀ ਹੈ, ਭਾਵ ਪਰਿਵਾਰ ਦੇ ਨਾਲ ਜਿਹੜਾ ਤੇਰਾ ਮੋਹ ਹੈ, ਸੰਪਤੀ ਨਾਲ ਤੇਰਾ ਮੋਹ ਹੈ। ਤੇਰਾ ਧਨ ਉਹ ਹੈ, ਪਰ ਮੇਰਾ ਧਨ ਪ੍ਰਭੂ ਦੇ ਨਾਲ ਜਿਹੜੀ ਪ੍ਰੀਤ ਹੈ ਉਹ ਹੈ। ਇਹ ਕਬੀਰ ਜੀ ਇੱਥੇ ਡਿਫਰੈਂਸ਼ੀਏਟ ਕਰ ਰਹੇ ਹਨ। ਤੇ ਬਾਕੀ ਪੰਕਤੀਆਂ ਦੇ ਵਿੱਚ ਵੀ ਇਹ ਸਪਸ਼ਟ ਹੋ ਜਾਂਦਾ ਹੈ ਕਿ ਇੱਥੇ ਸੰਦਰਭ ਜਿਹੜਾ ਹੈ ਉਹ ਦੁਨਿਆਵੀ ਪਦਾਰਥਾਂ ਦਾ, ਧਨ ਮਾਲ ਦਾ ਜਾਂ ਸੁੱਖ ਆਰਾਮ ਦੇ ਜਿਹੜੇ ਸਾਧਨ ਹੁੰਦੇ ਹਨ ਉਹਨਾਂ ਦੇ ਬਾਰੇ ਕਬੀਰ ਜੀ ਗੱਲ ਕਰ ਰਹੇ ਹਨ। ਤੋ ਇਸ ਸੰਦਰਭ ਵਿੱਚ ਇਹ ਅਰਥ ਬਣਦਾ ਹੈ ਕਿ ਇਹ ਮਨੁੱਖ, ਇਹ ਜਦੋਂ ਵੀ ਕੋਈ ਮਨੁੱਖ ਜਗਤ ਵਿੱਚ ਆਉਂਦਾ ਹੈ ਤਾਂ ਇਹਨਾਂ ਪਦਾਰਥਾਂ ਤੋਂ ਬਿਨਾਂ ਹੀ ਆਉਂਦਾ ਹੈ। ਉਹ ਨਾਲ ਤਾਂ ਇਹ ਸਾਰੇ ਪਦਾਰਥ ਲੈ ਕੇ ਨਹੀਂ ਆਉਂਦਾ ਜਿਹੜੇ ਜਗਤ ਦੇ ਸੁੱਖ ਆਰਾਮ ਦੇ ਹਨ। ਇਹਨੂੰ ਉਹਨਾਂ ਨੇ ਨਾਂਗੇ ਆਵਨ ਕਿਹਾ। ਤੇ ਜਦੋਂ ਮਨੁੱਖ ਜਾਂਦਾ ਹੈ ਤਾਂ ਕੋਈ ਐਸਾ ਪਦਾਰਥ ਨਾਲ ਨਹੀਂ ਲੈ ਕੇ ਜਾਂਦਾ। ਇਹ ਅਸੀਂ ਰੋਜ਼ ਦੇਖਦੇ ਹਾਂ ਕਿ ਐਸਾ ਹੀ ਹੁੰਦਾ ਹੈ। ਤਾਂ ਇਹਨੂੰ ਇੱਥੇ ਨਾਂਗੇ ਜਾਣਾ ਕਿਹਾ ਹੈ। ਤਾਂ ਇੱਥੇ ਨਾਂਗੇ ਦਾ ਅਰਥ ਇਹ ਬਣਦਾ ਹੈ ਕਿ ਬਿਨਾਂ ਕੁਝ ਨਾਲ ਲੈ ਕੇ, ਅਸੀਂ ਬਿਨਾਂ ਕੁਝ ਨਾਲ ਲਏ ਆਉਂਦੇ ਹਾਂ ਤੇ ਬਿਨਾਂ ਕੁਝ ਨਾਲ ਲਏ ਅਸੀਂ ਜਾਂਦੇ ਹਾਂ। ਤਾਂ ਇਹ ਸਾਨੂੰ ਕਬੀਰ ਜੀ ਸੁਨੇਹਾ ਦੇ ਰਹੇ ਹਨ ਕਿ ਇਹਨਾਂ ਨਾਲ ਅਟੈਚਮੈਂਟ ਸਾਡੀ ਨਹੀਂ ਚਾਹੀਦੀ। ਹੁਣ ਇੱਕ ਹੋਰ ਉਦਾਹਰਨ ਲੈ ਲਈਏ ਜੀ। ਮੈਂ 3 ਪੰਕਤੀਆਂ ਪੜ੍ਹਦਾ ਹਾਂ ਜੀ ਕਿ ਕਰਮ ਧਰਮ ਜੁਗਤ ਬਹੁ ਕਰਤਾ, ਕਰਨਾ ਹਾਰ ਨਾ ਜਾਣੈ, ਉਪਦੇਸ਼ ਕਰੈ ਆਪ ਨਾ ਕਮਾਵੈ, ਤਤ ਸ਼ਬਦ ਨਾ ਪਛਾਣੈ, ਨਾਂਗਾ ਆਇਆ ਨਾਂਗੋ ਜਾਸੀ, ਜਿਉ ਹਸਤੀ ਖਾਕ ਛੰਨ। ਹੁਣ ਇੱਥੇ ਗੱਲ ਦੁਨਿਆਵੀ ਪਦਾਰਥਾਂ ਦੀ ਨਹੀਂ ਹੋ ਰਹੀ। ਕਰਮ ਧਰਮ ਜੁਗਤ ਬਹੁ ਕਰਤਾ, ਇਹ ਕਰਮ ਕਾਂਡ ਵਾਲੇ ਜਿਹੜੇ ਫੋਕੇ ਕਰਮ ਹਨ, ਅਖੌਤੀ ਧਾਰਮਿਕ ਕਰਮ ਹਨ, ਦਿਖਾਵੇ ਵਾਲੇ ਕਰਮ ਹਨ, ਉਹਨਾਂ ਦੀ ਗੱਲ ਕਰ ਰਹੀ ਹੈ ਕਿ ਕੋਈ ਬੰਦਾ ਉਹ ਕੰਮ ਕਰਦਾ ਹੋਵੇ, ਲੋਕਾਂ ਦੀ ਨਜ਼ਰ ਵਿੱਚ ਵੱਡਾ ਧਾਰਮਿਕ ਬੰਦਾ ਬਣਿਆ ਰਵੇ ਤੇ ਲੋਕਾਂ ਨੂੰ ਉਪਦੇਸ਼ ਵੀ ਕਰਦਾ ਹੋਵੇ। ਉਪਦੇਸ਼ ਕਰੈ ਆਪ ਨਾ ਕਮਾਵੇ। ਹੁਣ ਆਪ ਕੀ ਨਹੀਂ ਕਮਾ ਰਿਹਾ, ਕਿਉਂਕਿ ਪਹਿਲੀ ਪੰਕਤੀ ਵਿੱਚ ਕਿਹਾ ਕਿ ਕਰਨਾ ਹਾਰ ਨਾ ਜਾਣਾ। ਤਾਂ ਉਹ ਪ੍ਰਭੂ ਦੇ ਨਾਲ ਜਿਹੜੀ ਪ੍ਰੀਤ ਹੈ ਉਹ ਕੀਤੀ ਕੋਈ ਨਹੀਂ, ਉਹਦੇ ਨਾਲ ਸਾਂਝ ਪਾਈ ਨਹੀਂ, ਉਹਨੂੰ ਜਾਣਦਾ ਨਹੀਂ, ਉਹਦੇ ਗੁਣ ਧਾਰਨ ਨਹੀਂ ਕੀਤੇ। ਤਾਂ ਫਿਰ ਇਹਦੇ ਨਾਲ ਹੋਣਾ ਕੀ ਹੈ ਕਿ ਇਸ ਕਰਕੇ ਜੀਵਨ ਦੇ ਵਿੱਚ ਅਸਲ ਦੀ ਕੋਈ ਤਬਦੀਲੀ ਨਹੀਂ ਆਉਂਦੀ, ਜੀਵਨ ਵਿੱਚ ਸੁਧਾਰ ਨਹੀਂ ਹੁੰਦਾ। ਕਰਮ ਕਾਂਡ ਨਾਲ ਸਾਡਾ ਜੀਵਨ ਚੰਗਾ ਨਹੀਂ ਬਣ ਸਕਦਾ। ਤੇ ਅਜਿਹੇ ਲੋਕਾਂ ਦੇ ਬਾਰੇ ਕਬੀਰ ਜੀ ਕਹਿੰਦੇ ਹਨ ਕਿ ਨਾਂਗੋ ਆਇਆ, ਭਾਵ ਖਾਲੀ ਹੱਥ ਆਇਆ
ਤੇ ਨਾਂਗੋ ਜਾਸੀ ਖਾਲੀ ਜਾਤੀ ਜਾਵੇਗਾ। ਕਿਉਂਕਿ ਜਦੋਂ ਤੱਕ ਅਸੀਂ ਪ੍ਰਭੂ ਨਾਲ ਪ੍ਰੀਤ ਨਹੀਂ ਪਾਈ, ਨਾਮ ਨਾਲ ਪ੍ਰੀਤ ਨਹੀਂ ਪਾਈ, ਤਾਂ ਅਸੀਂ ਖਾਲੀ ਹੱਥ ਆਏ ਹਾਂ ਤੇ ਖਾਲੀ ਹੱਥ ਹੀ ਤੁਰ ਜਾਣਾ। ਪਰ ਇੱਥੇ ਹੁਣ ਮਾਲ ਧਨ ਦੀ ਗੱਲ ਨਹੀਂ ਹੋ ਰਹੀ, ਇੱਥੇ ਗੱਲ ਹੈ ਕਿ ਬਿਨਾਂ ਕੋਈ ਆਤਮਕ ਕਮਾਈ ਕੀਤੇ, ਬਿਨਾਂ ਕੁਝ ਆਤਮਕ ਖੱਟੀ ਕੀਤੇ ਅਸੀਂ ਚਲੇ ਜਾਵਾਂਗੇ। ਹੁਣ ਅਰਥ ਤਾਂ ਇੱਥੇ ਵੀ ਉਹੀ ਹਨ ਕਿ ਬਿਨਾਂ ਕੁਝ ਨਾਲ ਲਏ, ਪਰ ਇੱਥੇ ਸੰਦਰਭ ਹੁਣ ਆਤਮਕ ਕਮਾਈ ਦਾ ਆ ਗਿਆ ਤੇ ਇੱਥੇ ਇਹਦਾ ਅਰਥ ਹੋ ਗਿਆ। ਜਦੋਂ ਧਨ ਮਾਲ ਦੀ ਗੱਲ ਹੈ ਤੇ ਇਹਦਾ ਅਰਥ ਨਾਂਗੇ ਦਾ ਅਰਥ ਹੋ ਗਿਆ ਕਿ ਬਿਨਾਂ ਕੋਈ ਧਨ ਮਾਲ ਸੁੱਖ ਆਰਾਮ ਦੇ ਸਾਧਨ ਨਾਲ ਲਏ ਅਸੀਂ ਆਏ ਹਾਂ ਤੇ ਬਿਨਾਂ ਉਹਨਾਂ ਨੂੰ ਨਾਲ ਲਏ ਚਲੇ ਜਾਣਾ। ਤੇ ਇੱਥੇ ਜਦੋਂ ਇਸ ਤਰ੍ਹਾਂ ਦਾ ਜਾਂ ਹੋਰ ਵੀ ਸੰਦਰਭ ਹੋਣਗੇ, ਉਹਨਾਂ ਦੇ ਮੁਤਾਬਕ ਸਾਨੂੰ ਅਰਥ ਕਰਨੇ ਪੈਣਗੇ, ਤਾਂ ਹੀ ਅਸੀਂ ਇਹਨਾਂ ਦੇ ਅਰਥਾਂ ਦੇ ਬਾਰੇ ਕੁਝ ਗੱਲ ਕਹਿ ਸਕਦੇ ਹਾਂ। ਇਹਦੇ ਕੋਈ ਫਿਕਸਡ ਅਰਥ ਨਹੀਂ ਹਨ। ਇਹਦੇ ਲਈ ਮੁਹਾਵਰਿਆਂ ਦੇ ਵਾਸਤੇ ਸਾਨੂੰ ਸੰਦਰਭ ਦੇਖਣਾ ਪੈਂਦਾ ਤੇ ਇਹ ਸ਼ਬਦ ਇੱਕ ਮੁਹਾਵਰੇ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ, ਇਹਦਾ ਲਿਟਰਲ ਮੀਨਿੰਗ ਨਹੀਂ ਲੈਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਬੜੇ ਹੀ ਵਿਸਥਾਰ ਸਹਿਤ ਸਾਨੂੰ ਸਮਝਾਇਆ ਕਿ ਨੰਗੇ ਦਾ ਭਾਵ ਕੀ ਮੁਹਾਵਰਾ। ਔਰ ਇਹ ਵੀ ਗੱਲ ਨੋਟ ਕਰਨ ਵਾਲੀ ਹੈ ਕਿ ਉਹੀ ਮੁਹਾਵਰਾ ਕਿਸੇ ਹੋਰ ਸੰਦਰਭ ਵਿੱਚ ਉਹਦਾ ਅਰਥ ਥੋੜਾ ਹੋਰ ਨਿਕਲ ਜਾਂਦਾ ਹੈ, ਕਿਤੇ ਹੋਰ ਨਿਕਲ ਜਾਂਦਾ ਹੈ। ਸੋ ਇਸ ਕਰਕੇ ਉਹ ਜਿਹਨੂੰ ਕਹਿੰਦੇ ਲਕੀਰ ਦੇ ਫਕੀਰ ਆਪਾਂ ਨਹੀਂ ਬਣਨਾ। ਅਸੀਂ ਵਿਵੇਕ ਬੁੱਧੀ ਖੋਲ ਕੇ, ਦੂਜਾ ਗੁਰਬਾਣੀ ਦੀ ਤੇ ਕੋਈ ਵੀ ਤੁਕ ਹੈ ਜਿੰਨਾ ਚਿਰ ਪੂਰਾ ਸ਼ਬਦ ਨਾ ਪੜ੍ਹੀਏ, ਰੈਫਰੈਂਸ ਟੂ ਦਾ ਕੰਟੈਕਸਟ ਨਾ ਹੋਵੇ, ਉਹਨਾਂ ਚਿਰ ਉਹਦਾ ਭਾਵ ਸਮਝ ਨਹੀਂ ਆਉਂਦਾ। ਲੋੜ ਹੈ ਗੁਰਬਾਣੀ ਨੂੰ ਇਸ ਨਜ਼ਰੀਏ ਨਾਲ ਪੜ੍ਹਨ ਦੀ। ਔਰ ਇਹ ਜਿਹੜੀਆਂ ਮਤਲਬ ਵੀ ਹਾਂ ਇਹ ਠੀਕ ਹੈ, ਕਈ ਵਾਰੀ ਸਾਨੂੰ ਜਿਸ ਤਰ੍ਹਾਂ ਆਪਾਂ ਸਹਿਜ ਪਾਠ ਕਰਦੇ ਹਾਂ ਤੇ ਕਈਆਂ ਅੱਖਰਾਂ ਦੀ ਸਾਨੂੰ ਸਮਝ ਨਹੀਂ ਪੈਂਦੀ, ਉਹਦਾ ਜ਼ਰੂਰ ਇਹ ਬੜੀ ਚੰਗੀ ਗੱਲ ਹੈ ਕਿ ਆਪਾਂ ਵਿਚਾਰ ਕਰ ਲਈਏ, ਕਿਸੇ ਨਾਲ ਵਿਚਾਰ ਕਰ ਲਈਏ ਜਾਂ ਇੱਥੇ ਸਵਾਲ ਲਿਖ ਕੇ ਭੇਜ ਦਈਏ। ਸੋ ਜਿਨ੍ਹਾਂ ਦਾ ਸਵਾਲ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਉੱਤਰ ਮਿਲ ਗਿਆ। ਤੋ ਸੰਗਤ ਚੋਂ ਕਿਸੇ ਨੇ ਹੋਰ ਵੀ ਕੋਈ ਇਹਦੀ ਇਨਪੁਟ ਦੇਣੀ ਹੋਵੇ ਤੇ ਵੈਲਕਮ ਹੈ, ਇਹਦੇ ਬਾਰੇ ਜਾਂ ਬਾਕੀ ਸਵਾਲਾਂ ਬਾਰੇ। ਤੋ ਸੰਗਤ ਜੀ ਇੱਕ ਸਵਾਲ ਹੋਰ ਆਇਆ ਸਾ ਹਰਜਿੰਦਰ ਸਿੰਘ ਟੋਰਾਂਟੋ ਤੋਂ। ਉਹਨਾਂ ਨੇ ਪੁੱਛਿਆ ਬਈ ਦਰਬਾਰ ਸਾਹਿਬ ਵਿੱਚ ਬੀਬੀਆਂ ਨੂੰ ਕੀਰਤਨ ਕਿਉਂ ਨਹੀਂ ਕਰਨ ਦਿੱਤਾ ਜਾਂਦਾ। ਤੇ ਮੈਂ ਬੇਨਤੀ ਕਰਦੇ ਹਾਂ ਕਿ ਇਹ ਆਲਰੇਡੀ ਪਹਿਲਾਂ ਇਸੇ ਪਲੇਟਫਾਰਮ ਤੇ ਆਪਾਂ ਗੱਲਬਾਤ ਕਰ ਚੁੱਕੇ ਹਾਂ ਜੀ। ਤੋ ਇਹਦੀ ਗੱਲ ਬੜੀ ਸਪਸ਼ਟ ਹੈ ਕਿ ਮਨਾ ਕੋਈ ਨਹੀਂ ਗਾ। ਮਨਾ ਦਾ ਮਤਲਬ ਇਹ ਹੈ ਕਿ ਮਰਿਆਦਾ 'ਚ ਕੋਈ ਮਨਾ ਨਹੀਂ ਹੈ। ਤੇ ਬੀਬੀਆਂ ਜਿਹੜੀਆਂ ਨੇ ਉਹ ਕੀਰਤਨ ਕਰਦੀਆਂ ਵੀ ਨੇ, ਬਾਕੀ ਸਵਾਏ ਦਰਬਾਰ ਸਾਹਿਬ ਛੱਡ ਕੇ ਬਾਕੀ ਤਕਰੀਬਨ ਆਪਾਂ ਦੇਖਦੇ ਹਾਂ ਬਹੁਤ ਸਾਰੇ ਗੁਰਦੁਆਰਿਆਂ 'ਚ ਬੀਬੀਆਂ ਕੀਰਤਨ ਕਰਦੀਆਂ ਨੇ। ਕਈ ਬੜੇ ਨਾਮਵਰ ਕੀਰਤਨੀ ਜਥੇ ਜਿਹੜੇ ਨੇ ਬੀਬੀਆਂ ਨੇ ਬਣਾਏ ਨੇ, ਕਵੀਸ਼ਰੀ ਜਥੇ ਨੇ, ਢਾਡੀ ਜਥੇ ਵੀ ਹੁਣ ਹੈਗੇ ਨੇ। ਤਾਂ ਮਨਾ ਕੋਈ ਨਹੀਂ ਹੈ, ਨਾ ਮਰਿਆਦਾ 'ਚ ਮਨਾ ਹੈ ਤੇ ਗੁਰਬਾਣੀ 'ਚ ਤੇ ਖੈਰ ਆਪਾਂ ਇਹ ਸੋਚਣਾ ਵੀ ਸਾਡਾ ਭੁੱਲ ਹੋਏਗੀ। ਪਰ ਦਰਬਾਰ ਸਾਹਿਬ ਕਿਉਂ ਹੁੰਦਾ, ਇਹ ਉੱਥੇ ਦੀ ਮੈਨੇਜਮੈਂਟ ਜਿਹੜੀ ਹੈ ਉਹੀ ਉਹ ਦੱਸ ਸਕਦੀ ਹੈ ਤੇ ਉਹੀ ਉਹ ਜਵਾਬ ਦੇ ਸਕਦੀ ਹੈ। ਤੋ ਇਹੀ ਸਾਡੀ ਬੇਨਤੀ ਹੈ। ਮੈਂ ਜਿਹਨਾਂ ਦਾ ਸਵਾਲ ਕੀਤਾ ਹਰਜਿੰਦਰ ਸਿੰਘ ਜੀ ਨੇ, ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਮਰਿਆਦਾ ਵਿੱਚ ਕੋਈ ਮਨਾ ਨਹੀਂ ਹੈ। ਸਿੱਖ ਰਹਿਤ ਮਰਿਆਦਾ ਇਹ ਤਾਂ ਕੇਵਲ ਉਹਨਾਂ ਦੀ ਮੈਨੇਜਮੈਂਟ ਜਿਹੜੀ ਹੈ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਦੱਸ ਸਕਦੇ ਨੇ ਵੀ ਕਿਉਂ ਨਹੀਂ ਕਰਨ ਦਿੱਤਾ ਜਾਂਦਾ ਜਾਂ ਕਰਨ ਦੇਣ ਨਾ ਦੇਣ, ਉਹਨਾਂ ਦੇ ਮੁਤਾਬਕ ਹੈ। ਅਸੀਂ ਇਹਦਾ ਕੋਈ ਬਹੁਤਾ ਹੱਲ ਨਹੀਂ ਦੱਸ ਸਕਦੇ, ਸਿਰਫ ਗੱਲ ਹੀ ਕਰ ਸਕਦੇ। ਤੋ ਸੰਗਤ ਜੀ ਸਮਾਂ ਤਕਰੀਬਨ ਹੋ ਗਿਆ। ਆਪ ਸਭ ਦਾ ਜੁੜਨ ਲਈ ਬਹੁਤ ਬਹੁਤ ਜਿੱਥੇ ਧੰਨਵਾਦ ਹੈ, ਉੱਥੇ ਮੈਂ ਦੋ ਬੇਨਤੀਆਂ ਕਰ ਰਹੀਆਂ ਨੇ। ਪਹਿਲੀ ਬੇਨਤੀ ਤੇ ਇਹ ਹੈ ਕਿ ਪਿੱਛੇ ਜੇ ਗਿਣਤੀ ਜਿਹੜੀ ਹੈ ਤਕਰੀਬਨ 90-95 ਤੱਕ ਆਉਣੀ ਸ਼ੁਰੂ ਹੋ ਗਈ ਸੀਗੀ ਔਰ ਕਾਫੀ ਦੇਰ ਇਸ ਤਰ੍ਹਾਂ 90 ਦੇ ਗੇੜ ਵਿੱਚ ਰਹੀ ਹੈ। ਪਰ ਹੁਣ ਪਿਛਲੇ ਤਕਰੀਬਨ 3 ਹਫ਼ਤਿਆਂ ਤੋਂ ਦੇਖ ਰਹੇ ਹਾਂ ਕਿ ਗਿਣਤੀ ਘਟ ਗਈ ਹੈ। ਹੁਣ ਅੱਜ ਵੀ ਮਸਾਂ 79 ਤੱਕ 79 ਤੱਕ ਪਹੁੰਚੀ। ਤੇ ਜੇ ਆਪਾਂ ਗੱਲ ਕਰੀਏ ਥੈਂਕਸ ਗਿਵਿੰਗ ਦੀ, ਪਿੱਛੇ ਗੱਲ ਹੋਈ ਸੀ ਤੇ ਉਹ ਵੀ ਥੈਂਕਸ ਗਿਵਿੰਗ ਲੰਘ ਗਿਆ। ਹੁਣ ਤੇ ਹਫ਼ਤਾ ਹੋ ਚੱਲਿਆ, ਉਹਨਾਂ ਨੂੰ 3-4 ਦਿਨ ਪਹਿਲੇ ਲੰਘ ਵੀ ਗਿਆ। USB ਤੇ ਕੈਨੇਡਾ 'ਚ ਤੇ ਹੈ ਹੀ ਪਿਛਲੇ ਮਹੀਨੇ ਸੀ। ਤੋ ਇਹਦੇ ਬਾਰੇ ਸਾਨੂੰ ਸੋਚਣ ਦੀ ਲੋੜ ਹੈ ਬਈ ਉਹਦੇ ਲਈ ਮੇਰੀ ਬੇਨਤੀ ਹੈ ਕਿ ਆਪਾਂ ਜਿੰਨੇ ਵੀ ਇੱਥੇ ਹਾਜ਼ਰ ਹਾਂ, ਜ਼ਰੂਰੀ ਗੱਲ ਹੈ ਕਿ ਹਰ ਕਿਸੇ ਦੇ 2-4-5 ਜਿਹੜੇ ਨੇ ਜਾਂ ਇਸ ਤੋਂ ਜ਼ਿਆਦਾ ਉਹਨਾਂ ਦੇ ਵਾਕਫਕਾਰ ਹੁੰਦੇ ਨੇ ਜਾਂ ਉਹਨਾਂ ਰਾਹੀਂ ਜੁੜੇ ਹੁੰਦੇ ਨੇ। ਤੇ ਕਿਰਪਾ ਕਰ ਅਸੀਂ ਦੇਖੀਏ ਸੱਜੇ ਖੱਬੇ ਕਿ ਜਿਹੜੇ ਸਾਡੇ ਖਾਸ ਮਿਲਣ ਵਾਲੇ ਅੱਗੇ ਆਉਂਦੇ ਸਨ ਹੁਣ ਨਹੀਂ ਆਉਂਦੇ, ਤਾਂ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਕਿਰਪਾ ਕਰਕੇ ਜ਼ਰੂਰ ਫੋਨ ਕਰੋ, ਮੈਸੇਜ ਪਾਓ, ਭਾਈ ਕਲਾਸ ਕਿਉਂ ਨਹੀਂ ਆਉਂਦੇ। ਦੇਖੋ ਖਾਸ ਮਜਬੂਰੀ ਹੋਵੇ ਤਾਂ ਕੋਈ ਗੱਲ ਨਾ, ਪਰ ਜੇ ਆਮ ਮਜਬੂਰੀ ਹੋਵੇ ਜਾਂ ਨਾ ਹੋਵੇ ਤਾਂ ਫਿਰ ਤਾਂ ਕਲਾਸ 'ਚ ਜੁੜਨਾ ਬਣਦਾ ਨਾ। ਤੋ ਇਹ ਸਾਡੀ ਫਰਜ਼ ਬਣਦਾ, ਜਿੱਥੇ ਅਸੀਂ ਆਪ ਆਉਣਾ ਉੱਥੇ ਅਸੀਂ ਇਹ ਜ਼ਰੂਰ ਖਿਆਲ ਕਰਨਾ ਹੈ ਕਿ ਸੰਗਤ, ਮੈਂ ਤਾਂ ਬੇਨਤੀ ਕਰਦਾ ਸਾਂ ਕਿ ਸੰਗਤ ਨੂੰ ਵਧਾਓ। ਤੇ ਇਹ 2-3 ਹਫ਼ਤੇ ਅਚਾਨਕ ਕੋਈ
ऐसी गल हो गई है कि संगत उल्टा घट गई है। तो ये ना मतलब है भी सानू ते बिल्कुल फिक्र की गल लगती है, मैनूं लगदा बाकी तुहानूं भी लगती होएगी। ते जे फिक्र की गल लगती है तो इहदा हल लभना चाहिए। आओ आपां होर संगतां नूं नाल जोड़ीए ते जिहड़ियां संगतां जुड़ियां सन नहीं आ रहे उन्हां नूं किरपा करके पुछिए। मेरा अपना तजर्बा भी कई बारी ना मैनूं पुरानी गल करदे हैं ते उस वेले जद गुरुद्वारा साहब जांदे सन ते साथी हुंदे सन, जे किसी ने ना आउणा तां फिर उहनूं पुछना ते कई बारी ये भी हुंदा है बहुती वारी कि बंदा आलस कर जांदा ते जिस वेले तुसीं उहनूं पुछोगे उहदी आलस जिहड़ी झड़ जाएगी। तो ਉਹ ਇਹ ਮੇਰੀ ਬੇਨਤੀ ਪ੍ਰਵਾਨ ਕਰਨਾ ਕਿ ਸੰਗਤ ਜਿਹੜੀ ਹੈ ਇਹ ਵਧਣੀ ਚਾਹੀਦੀ ਹੈ, ਸੰਗਤ ਪਿੱਛੇ ਨਾ ਜਾਵੇ। ਹਾਂ ਇੱਕ ਗੱਲ ਜ਼ਰੂਰ ਮੈਂ ਕਹਾਂਗਾ ਵੀ ਜੇ ਪ੍ਰੋਗਰਾਮ ਵਿੱਚ ਕੋਈ ਕਮੀ ਆ ਗਈ ਹੈ ਤਾਂ ਕਿਰਪਾ ਕਰਕੇ ਸਾਨੂੰ ਜ਼ਰੂਰ ਦੱਸੋ, ਗਰੁੱਪ ਚੈਟ 'ਚ ਪਾਓ, ਕਿਸੇ ਵੀ ਪੈਨਲ ਮੈਂਬਰ ਨੂੰ ਤੁਸੀਂ ਕੰਟੈਕਟ ਕਰੋ, ਸਾਨੂੰ ਜ਼ਰੂਰ ਦੱਸੋ ਜੇਕਰ ਕੋਈ ਕਮੀ ਹੈ ਅਸੀਂ ਉਹਨੂੰ ਦੂਰ ਕਰੀਏ। ਸੰਗਤ ਤਾਂ ਵਧਣੀ ਚਾਹੀਦੀ ਹੈ। ਆਲਮੋਸਟ ਅਸੀਂ ਹੁਣ ਪੌਣੇ 3 ਸਾਲ ਤੋਂ ਜ਼ਿਆਦਾ ਹੋ ਗਿਆ ਜੁੜਦੇ ਤੇ ਹੁਣ ਤੱਕ ਤੇ ਸੰਗਤ ਹਜ਼ਾਰਾਂ 'ਚ ਹੋ ਜਾਣੀ ਸੀ। मेरे उस्ताद साहब महेंद्र सिंह जी जोश कहते होंगे सीगे जेकर कोई सो कार्ड जिहड़ा मतलब है भी साध है वो कोई भी काम शुरू करे तो लोग दौड़ के आते हैं, पता नहीं मुड़ के समा मिलना है कि नहीं मिलना। पर जिस वेले कोई गुरबत के कारज होंगे ने उस वेले असीं संकोच करते हैं। आओ आपां गुरबत के कारजां 'च वध चढ़ के हिस्सा लईए। दूजी बेनती संग जी मैं जिहड़ी हर वारी करदा कि आप जपै और नाम जपावे, असीं प्रचार करना है। ये गुरु की बाणी जिहड़ी है ये जिन्ना प्रचार असीं कर लईए उन्ना ही थोड़ा, जिन्नी जल्दी कर लईए उन्ना थोड़ा, क्योंकि शरीर का की पता है किस वेले छुट्टी हो जानी। सो आओ आपां इस पासे ध्यान दईए। पिछले हफ्ते भैन गुरमीत कौर जी ने अपना तजर्बा दस्सिया सी, बड़ा चंगा लग्या। मैं इस तरह बेनती करांगा कि बाकी भी जिहड़े वीर भैणां प्रचार का काम कर रहे ने, चाहे वो इंस्टाग्राम ते पाउंदे ने, WhatsApp ते पाउंदे ने, ट्विटर ते पाउंदे ने, फेसबुक राहीं करदे ने, या फिजिकली मतलब इकट्ठे होकर कोई ग्रुप बना के करते हैं, जरूर करो। पर जो भी तुसी करते हो उसका तजर्बा साडे नाल ग्रुप चैट ते साझा करोगे तो बाकियां लई भी वो इंस्पीरेशन होएगी, मोटिवेशन होएगी। तो मैं बेनती करांगा भी आपो अपना तजर्बा भी जिहड़ा वो साझा करिया करो ग्रुप चैट दे विच, बई जिहड़ा प्रचार दा ढंग तुसी वरत रहे हो उत्ते तुहानूं की ओहदी आउटपुट आ रही है या किस तरह करना चाहिए। हाँ जे प्रचार के ढंग में कोई सुजैशन चाहिए है तो संगत सारी बैठी है, ग्रुप चैट च पाओ, सुजैशन दी जा सकती। तो मैं ये बेनती आप पास कर रहा, आस है प्रवान करोगे। एक बेनती मैं तकरीबन 2 महीने पहले की थी, अज मैं रिपीट कर रहा। वो ये है कि जिस वेले संगत जुड़ती है, संगत एक क्लास है, बकायदा गुरु ग्रंथ साहब जी विच ऐसा जिक्र आया है कि ये जिहड़ी संगत है एक क्लास है, धर्मशाल जिहड़ी है ये क्लास है, जमात है। तो इत्थे असीं पढ़न आउंदे हां ते कोई भी ऐसा पढ़ाई का स्थान नहीं जिथे असीं कापी पेंसिल या कोई किताब ना लैके जांदे होईए, खाली हत्थ नहीं जांदे। पर जिस वेले गुरुद्वारे की संगत लगदी आपां इत्थे जुड़दे हां, संगत विच जुड़दे हां, इत्थे बहुती वारी असीं खाली हत्थ हुंदे। तो मेरी बेनती है कि आओ आपां समझिए जिवें असीं एक स्कूल च बैठे हां, कोई वाकई ये स्कूल है तो उत्थे साडे कोल कापी पेंसिल जरूर होनी चाहिए है। मैं तद भी कहा भी 2 4 5 सज्जन जरूर साड़ी संगत विच ने जिहड़े बिल्कुल हर गल नोट करते हैं और जिथे कोई उन्होंने चीज़ चाहिए है क्लीयर क्लैरिफिकेशन वो भी पुछते हैं तो जिथे उन्होंने गल पोली लगती वो भी दसते हैं। मैंने बड़ा वधिया लगता है। तो मैं बेनती करांगा कि असीं सारे आदत पाइए। ये आदत तो सानू मैं तद भी कहा भी गुरुद्वारा साहब जाण लगे भी होनी चाहिए भी छोटी डायरी जेब च पाई होवे, नाल पेंसिल होवे, जिहड़ी गल सानू खास लगे नवीं लगे उस वेले नोट कर लईए। क्योंकि उदा मेरे दिन तो वैसे ही बड़ी जल्दी भुल जाता है क्योंकि असीं हुण 72 हो गए हैं, तो उहदे च नोट की होएगी तो फिर ठीक है। तो मेरी बेनती है भी इस क्लास दे विच आपां जद भी आईए कापी पेंसिल नाल लैके जिहड़ियां गल्लां सानू नवीं लगन लिखीए, जिथे कोई सुझाव देना है वो लिखो तो बाद जिस वेले सवाल जवाब मंगे जाते हैं उत्थे तुसीं कर सकदे। समा ज़्यादा हो गया उहदी खिमा मंगदा और आस करदा इस तरह अगले सोमवार सवालों की झड़ी दे नाल तुसीं सानू नवाजोगे और आप संगत वध तो वध हाजिर होकर हौसला अफजाई करोगे जी। भुलां दी खिमा, फतेह सांझी करिए जी। वाहिगुरू जी का खालसा, वाहिगुरू जी की फतेह।